ਰਾਖੋ ਸ਼ਰਨਾਈ ਜੀ ਤਨ ਤਨ ਗੁਰੂ ਰਾਮਦਾਸ ਜੀ। ਰਾਖੋ ਸ਼ਰਨਾਈ ਜੀ ਤਨ ਤਨ ਗੁਰੂ ਰਾਮਦਾਸ ਜੀ। ਹਾਮੇ ਅਵਗੁਣ ਭਰੇ ਏਕ ਗੁਣ ਨਾਹੀ। ਹਾਮੇ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਵਿਖੇ ਵਿਖ ਖਾਹੀ। ਮਾਇਆ ਮੋਹ ਪਰਮ ਪੈ ਭੂਲੇ ਸੁਤ ਦਾ ਰਾਸਿਉ ਪ੍ਰੀਤ ਲਗਾਈ। ਇਕ ਉਤਮ ਪੰਥ ਸੁਨਿਓ ਗੁਰ ਸੰਗਤ। ਤਹਿ ਮਲੰਤ ਜਮ ਤਰਾਸ ਮਟਾਈ। ਇਕ ਅਰਦਾਸ ਪਾਠ ਕੀਰਤ ਕੀ। ਗੁਰ ਰਾਮਦਾਸ ਗੁਰ ਰਾਮਦਾਸ ਰਾਖੋ ਸ਼ਰਨਾਈ। ਸੰਗ ਹੋ ਗਿਆ ਸਾਧੂਆਂ ਦਾ। ਸੰਗ ਹੋ ਗਿਆ ਸਾਧੂਆਂ ਦਾ।
ਸਾਂਝੀ ਸੰਗ ਹੋ ਗਿਆ ਸਾਧੂਆਂ ਦਾ, ਸੰਗ ਹੋ ਗਿਆ ਸਾਧੂਆਂ ਦਾ। ਪੂਰਬਲਾ ਕਰਮ ਜਾਗਿਆ ਮੇਰਾ ਵੀ ਸੰਗ, ਕੋਈ ਪੂਰਬਲਾ ਕਰਮ ਜਾਗਿਆ ਮੇਰਾ ਵੀ। ਪੂਰਬ ਕਰਮ ਅੰਕਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਏ ਜਾਗੀ। ਮਹਾਰਾਜ ਕਹਿੰਦੇ ਨੇ ਕੋਈ ਪੂਰਬਲਾ ਕਰਮ ਭਾਗ ਜਦੋਂ ਜੀਵ ਦਾ ਜਾਗਦਾ ਹੈ, ਉਸ ਸਮੇਂ ਸਤ ਸੰਗ ਦੀ ਪ੍ਰਾਪਤੀ, ਸਤ ਸੰਗ ਦੀ ਪ੍ਰਾਪਤੀ ਵਿੱਚੋਂ ਨਾਮ ਦਾ ਗਿਆਨ, ਨਾਮ ਦੇ ਗਿਆਨ ਦੇ ਵਿੱਚੋਂ ਨਿਰੰਕਾਰ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਅੱਜ ਸਮੁੱਚਾ ਨਗਰ ਇਲਾਕਾ ਨਗਰ ਅਕਾਲਗੜ੍ਹ, ਇਹਨੂੰ ਹੁਣ ਅਕਾਲਗੜ੍ਹ ਨਾ ਕਿਹਾ ਕਰੋ, ਇਹ ਅਕਾਲਗੜ੍ਹ ਸਾਹਿਬ ਹੈ, ਕਿਉਂਕਿ ਇੱਥੇ ਕੋਈ ਰੂਹ ਆਈ ਹੈ, ਕਿਸੇ ਨੇ ਵਸਾਇਆ ਇਹ ਅਕਾਲਗੜ੍ਹ ਸਾਹਿਬ ਦੀ ਪਾਵਨ ਧਰਤੀ ਤੇ ਅੱਜ ਆਪਾਂ ਸਾਰੇ ਇਕੱਤਰ ਹੋਏ ਹਾਂ। ਉਸ ਇਕੱਤਰਤਾ ਦੇ ਵਿੱਚ ਜਿੱਥੇ ਨਗਰ ਦੀ ਜੋ ਵਿਰਸਾ ਹੈ ਉਹਦੇ ਬਾਰੇ ਵਿਚਾਰ ਤੇ ਜੀਵਨ ਦੇ ਬਾਰੇ ਵਿਚਾਰ, ਸਾਡਾ ਜੀਵਨ ਕਿੱਥੇ ਖੜਾ ਉਹਦੀ ਸਵੈ ਪੜਚੋਲ ਕਰਨੀ ਆਪਾਂ। ਸੋ ਜਿਤਨੀ ਵੀ ਪਿਆਰ ਵਾਲੀ ਸੰਗਤ, ਗੁਰੂ सतगुरु पातशाह हाजिर नाजिर शब्द गुरु अवतार चबरों तख्तों के मालिक श्री गुरु ग्रंथ साहिब महाराज के चरणों में सुशोभित हो, सो सारी संगत गज की फतेह दी सांझ पाओ जी। वाहिगुरु जी का खालसा, वाहिगुरु जी की फतेह। अपने तुहाडे नगर दे बहुत सत्कारयोग, विद्या विच भरपूर, समाजिक तौर पर, राजनीतिक तौर पर, धार्मिक तौर पर इन्हां दे विच पड़चोल करन वाली, स्वै पड़चोल करन वाली ते समाज नूं सही सेध देण वाली रूह डॉक्टर गुरनाम सिंह जी अकीदा साहब ते इन्हां नाल प्यार वाली संगत जिहड़ी इत्थों समुचे नगर दी संगत है। मार्शल जरनैल शहीद बाबा जय सिंह खलकट नगर वारन, उत्थे प्यारियां संगतां दे दासरियां ने दर्शन कीते। इन्हां दे मन दे विच फुरना फुरिया, क्यों ना असीं भी अपने नगर विच इहो जिहे समागम करवाइए जिहदे नाल संगतां नूं, बच्चियां नूं, नौजवानां नूं, मेरे मताबां नूं, बुजुर्गां नूं ज्ञान की प्राप्ति होवे। उस संदर्भ दे विच आपां इकट्ठे होए हैं, क्योंकि इस नगर नूं तारन वाली महान आत्मा
ਬਾਬਾ ਬੰਦਾ ਸਿੰਘ ਜੀ ਬਹਾਦਰ, ਜਿਨ੍ਹਾਂ ਨੇ ਇਸ ਨਗਰ ਨੂੰ ਵਸਾਇਆ। ਜੇ ਉਹਨਾਂ ਦੇ ਜੀਵਨ ਤੇ ਝਾਤ ਮਾਰੀਏ, ਕਿਉਂਕਿ ਪਹਿਲਾਂ ਪਹਿਲਾਂ ਜਿਉਂ-ਜਿਉਂ ਜੀਵ ਕਿਤੇ ਜੁੜਦਾ ਹੈ, ਉਹ ਜੁੜਨ ਦੇ ਵਿੱਚੋਂ ਉਹਨੂੰ ਸੱਚ ਤੇ ਝੂਠ ਦਾ ਪਤਾ ਲੱਗਦਾ ਹੈ ਵੀ ਮੈਂ ਜੇ ਇੱਥੇ ਖੜਾ ਮੇਰਾ ਜੀਵਨ ਕਿੱਧਰ ਨੂੰ ਜਾਊ, ਜੇ ਮੈਂ ਇੱਥੇ ਖੜਾ ਤੇ ਮੇਰਾ ਜੀਵਨ ਕਿੱਧਰ ਨੂੰ ਜਾਊ। ਕਿਉਂਕਿ ਵਿਰਤੀਆਂ ਨੇ ਜਿਹੜੇ ਬ੍ਰਹਮ ਦੀ ਪ੍ਰਾਪਤੀ ਕਰ ਲੈਂਦੇ ਨੇ, ਬ੍ਰਹਮ ਗਿਆਨੀ ਵਿਰਤੀ ਬਣ ਜਾਂਦੀ ਹੈ। ਜਿਹੜੇ ਆਪਣੇ ਇੱਕ ਇੱਕ ਸਵਾਸ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਨਾਲ ਜੋੜ ਲੈਂਦੇ ਨੇ, ਉਹ ਸਾਧੂ ਵਿਰਤੀ ਬਣਦੀ ਹੈ। ਸਵਾਸਾਂ ਨੂੰ ਧੂਣਾ, ਨਾਮ ਨਾਲ ਲਾਉਣਾ। ਜਿਹੜੇ ਗੁਰੂ ਦੇ ਆਸੇ ਅਨੁਸਾਰ ਜੀਵਨ ਜਿਉਂਦੇ ਆ, ਉਹਨੂੰ ਗੁਰਮੁਖ ਕਹਿ ਦਿੰਦੇ ਆ। ਜਿਹੜੇ ਆਪਣੇ ਆਸੇ ਅਨੁਸਾਰ ਆਪ ਦੀ ਗੱਲ ਹੈਂਕੜਬਾਜ਼ੀ ਨਾਲ ਕਰਦੇ ਆ, ਉਹਨੂੰ ਮਨਮੁਖ ਕਹਿ ਦਿੰਦੇ ਆ। ਇਹ ਵੱਖ-ਵੱਖ ਸਟੇਟਜ ਨੇ ਮਾਨਸਿਕ ਸਥਿਤੀ ਦੀਆਂ, ਵੱਖ-ਵੱਖ ਪੜਾਅ ਨੇ ਮਨ ਦੇ। ਜਿਨ੍ਹਾਂ ਨੇ ਮਨ ਨੂੰ ਉੱਚੀ ਸੋਚ ਨਾਲ ਲਾਇਆ, ਉਹਨਾਂ ਦੀ ਯਾਦ ਵਿੱਚ ਅੱਜ ਵੀ ਆਪਾਂ ਬੈਠੇ ਹਾਂ। ਮਨ ਵਿੱਚ ਹੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਬਾਬਾ ਬੰਦਾ ਸਿੰਘ ਬਹਾਦਰ ਜੀ, ਔਰ ਜਿਨ੍ਹਾਂ ਦਾ ਨਾਂ ਪਹਿਲਾਂ ਲਛਮਣ ਦਾਸ ਸੀ, ਇਹ ਸੱਚ ਦੀ ਖੋਜ ਦੇ ਵਿੱਚ ਥਾਂ ਥਾਂ ਜਾਂਦੇ ਹੈ। ਕਿਉਂਕਿ ਜਦੋਂ ਤੁਸੀਂ ਯਾਤਰਾ ਤੇ ਜਾਂਦੇ ਹੋ, ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਜਿਹਦੀ ਯਾਦ 'ਚ ਜਾਂਦੇ ਹੋ ਉਹਨੂੰ ਮੁੱਖ ਪੁਆਇੰਟ ਰੱਖਦੇ ਹੋ। ਤੁਸੀਂ ਗੁਰਦੁਆਰੇ ਦੇ ਭਾਈ ਕੋਲ ਆਉਣੇ ਹੋ ਕਿ ਬਾਬਾ ਜੀ ਸਾਨੂੰ ਭਾਣ ਦੇ ਦਿਓ, ਪੰਜੀਆਂ ਦਸੀਆਂ ਚੁਆਨੀਆਂ ਠਿਆਨੀਆਂ, ਅਸੀਂ ਯਾਤਰਾ ਤੇ ਚੱਲੇ ਹਾਂ, ਥਾਂ ਥਾਂ ਮੱਥਾ ਟੇਕਣਾ ਪਊਗਾ। ਤੇ ਬਾਪੂ ਕੀ ਕਹਿੰਦਾ? ਕਹਿੰਦੇ ਥਾਂ ਤਾਂ ਇੱਕੋ ਹੀ ਬਹੁਤ ਹੈ ਜੇ ਟਿਕ ਜੇ। ਔਰ ਗੁਰਮੁਖ ਪਿਆਰਿਓ, ਉਹ ਥਾਂ ਥਾਂ ਤੇ ਚੁੱਕ ਨਾ ਛੱਡਦੇ, ਥਾਂ ਤੇ ਚੁੱਕ ਨਾ ਛੱਡਦੇ। ਥਾਂ ਥਾਂ ਤੇ ਚੁੱਕ ਨਾ ਛੱਡਦੇ, ਥਾਂ ਤੇ ਚੁੱਕ ਨਾ ਛੱਡਦੇ। ਇੱਕ ਥਾਂ ਦਾ ਹੋ ਕੇ ਬਹਿ ਜਾ, ਇੱਕ ਥਾਂ ਦਾ ਹੋ ਕੇ ਬਹਿ ਜਾ। ਥਾਂ ਦਾ ਹੋ ਕੇ ਬਹਿ ਜਾ, ਥਾਂ ਥਾਂ ਦਾ ਚੁੱਕਣਾ, ਥਾਂ ਦਾ ਚੁੱਕਣਾ ਛੱਡਦੇ। ਸਤਿਗੁਰ ਕਹਿੰਦੇ ਨੇ ਮੇਰੇ ਮਨ ਏਕਸ ਸਿਉ ਚਿੱਤ ਲਾਈ। ਕਈ ਵਾਰ ਆਪਾਂ ਜਦੋਂ ਬਚਪਨ ਵਿੱਚ ਹੁੰਦੇ ਹਾਂ, ਗਲਤੀਆਂ ਹੁੰਦੀਆਂ, ਮਾਂ ਵੀ ਘੂਰਦੀ ਹੈ, ਪਿਤਾ ਵੀ ਘੂਰਦਾ। ਕਈ ਵਾਰ ਮਾਂ ਬਾਪ ਨੂੰ ਅਸੀਂ ਸਿੱਖਿਆ ਦੇਣ ਲੱਗ ਜਾਂਦੇ ਹਾਂ। ਫਿਰ ਮਾਂ ਬਾਪ ਕੀ ਕਹਿੰਦੇ ਨੇ? ਉਹ ਤੂੰ ਸਾਨੂੰ ਜੰਮਿਆ ਕਿ ਅਸੀਂ ਤੈਨੂੰ ਜੰਮੇ ਆ? ਇਹ ਚੱਲਦੀ ਹੈ ਨਾ ਗੱਲ, ਵੀ ਤੂੰ ਸਾਨੂੰ ਸਿੱਖਿਆ ਦਿੰਦਾ, ਤੈਨੂੰ ਅਸੀਂ ਜੰਮਿਆ ਕਿ ਤੂੰ ਸਾਨੂੰ ਜੰਮਿਆ? ਜੇ ਇੱਕ ਦੁਨਿਆਵੀ ਮਾਂ ਬਾਪ ਇਹ ਕਹਿ ਸਕਦਾ ਵੀ ਤੂੰ ਸਾਨੂੰ ਜੰਮਿਆ ਕਿ ਅਸੀਂ ਤੈਨੂੰ ਜੰਮੇ ਆ, ਤੂੰ ਸਾਡੇ ਪੈਦਾ ਹੋਇਆ ਕਿ ਅਸੀਂ ਤੇਰੇ ਪੈਦਾ ਹੋਏ ਆ। ਔਰ ਗੁਰਮੁਖ ਪਿਆਰਿਓ, ਹੁਣ ਜਦੋਂ ਅਸੀਂ ਜਿਹਨੇ ਸ੍ਰਿਸ਼ਟੀ ਸਾਜੀ ਹੈ, ਜਿਹਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ,
ਉਹਨੂੰ ਛੱਡ ਕੇ ਅਸੀਂ ਆਪੇ ਬਣਾਏ ਸਥਾਨਾਂ ਨਾਲ ਜੁੜਦੇ ਹਾਂ। ਥਾਂ ਥਾਂ ਤੇ ਝੁਕੀ ਜਾਂਦੇ ਆ, ਥਾਂ ਥਾਂ ਤੇ ਮੱਥਾ ਟੇਕੀ ਜਾਂਦੇ ਆ। ਮਹਾਰਾਜ ਕਹਿੰਦੇ ਮੇਰੇ ਮਨ ਏਕ ਸਿਉ ਚਿੱਤ ਲਾਈ, ਏਕ ਸਵਿਨ ਸਭ ਤੰਦ ਹੈ, ਸਭ ਮਿਥਿਆ ਮੋਹ ਮਾਇਆ। ਦੇਖੋ ਬਾਪੂ ਤਾਂ ਇਹ ਕਹਿੰਦਾ ਪਰ ਅਸੀਂ ਸੁਣ ਕੇ ਛੱਡ ਦਿੰਦੇ ਹਾਂ। ਇੱਕ ਸੁਣ ਕੇ ਉਸ ਨੂੰ ਆਪਦੇ ਮਨ ਦੀ ਗਹਿਰਾਈ ਚ ਲੈ ਜਾਂਦੇ ਆ, ਉਹਨੂੰ ਵਿਦਵਾਨ ਕਹਿੰਦੇ ਆ, ਉਹਨੂੰ ਗੁਰਮੁਖ ਕਹਿੰਦੇ ਆ। ਔਰ ਗੁਰੂ ਮਹਾਰਾਜ ਦੇ ਚਰਨਾਂ 'ਚ ਜਦੋਂ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦਾ ਨਾਮ ਪਹਿਲਾਂ ਲਛਮਣ ਦਾਸ ਸੀ, ਇਹ ਵੀ ਸੱਚ ਦੀ ਖੋਜ 'ਚ ਤੁਰੇ ਹੈ। ਔਰ ਉਦੋਂ ਇਹ ਵਿਚਾਰ ਹੁੰਦਾ ਸੀ ਜੇ ਤੈਂ ਸੱਚ ਨੂੰ ਖੋਜਣਾ ਤੈਨੂੰ ਗੁਰੂ ਧਾਰਨਾ ਕਰਨਾ ਪੈਣਾ, ਕਿਉਂਕਿ ਜਿਹਨੇ ਰੱਬ ਦੀ ਤਲਾਸ਼ ਕਰਨੀ ਹੈ, ਜਿਹਨੇ ਰੱਬ ਨੂੰ ਪਾਉਣਾ ਹੈ, ਜਿਹਨੇ ਉਹ ਸ਼ਕਤੀ ਦੇ ਵਿੱਚ ਆਪਣੇ ਆਪ ਨੂੰ ਸਮਰਪਿਤ ਕਰਨਾ ਜਿਹਦੇ ਵਿੱਚੋਂ ਅਸੀਂ ਆਏ ਹਾਂ, ਤਨ ਮਨ ਖੋਜੈ ਤਾਂ ਨਾਉ ਪਾਏ। ਤਾਂ ਬਾਬਾ ਬੰਦਾ ਸਿੰਘ ਬਹਾਦਰ, ਜਿਨ੍ਹਾਂ ਦਾ ਪਹਿਲਾ ਨਾਮ ਲਛਮਣ ਦਾਸ ਹੈ, ਇਹ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਜਾਨਕੀ ਪ੍ਰਸਾਦ ਇੱਕ ਮਹਾਤਮਾ ਨੇ, ਜਿਹੜੇ ਰਜੌਰੀ ਦੇ ਵਿੱਚ ਕਸ਼ਮੀਰ ਵਿੱਚ ਰਹਿੰਦੇ ਨੇ, ਉਹਨਾਂ ਦੇ ਚਰਨਾਂ ਵਿੱਚ ਜੁੜਦੇ ਹੈ, ਉਹਨਾਂ ਦੀ ਸੇਵਾ ਕਰਦੇ ਹੈ। ਉਹਨਾਂ ਮਹਾਤਮਾ ਦੀ ਸੇਵਾ ਕਰਦੇ ਹੈ। ਮਹਾਤਮਾ ਵੀ ਉਹਨੂੰ ਮੰਨਿਆ ਜਾਂਦਾ ਜਿੱਥੇ ਆਪ ਮਹਾਤਮਾ ਜੁੜਿਆ ਹੋਇਆ ਉੱਥੇ ਸੰਗਤਾਂ ਨੂੰ ਜੋੜੇ। ਜੇ ਹੁਣ ਮੈਂ ਆਪਦੇ ਨਾਲ ਹੀ ਜੋੜੀ ਜਾਊਂ ਵੀ ਆਇਓ ਮੈਂ ਉੱਥੇ ਆਹ ਕਰਦਾ ਉਹ ਕਰਦਾ, ਤਾਂ ਇਹ ਪਾਖੰਡਾ, ਇਹ ਤੋਂ ਬਚਣ ਦੀ ਲੋੜ ਆ। ਸੋਡੀ ਲੈ ਪਾਖੰਡਾ, ਨਾਮ ਲਈਏ ਜਾਏ ਤਰੰਦਾ। ਫਿਰ ਕਰਮ ਧਰਮ ਪਖੰਡ ਜੋ ਦੀਸੇ, ਤਿਨ ਜਮ ਜਗਾਤੀ ਲੂਟੈ। ਨਿਰਵਾਨ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਸੁਟੈ। ਜਾਨਕੀ ਪ੍ਰਸਾਦ ਜੀ ਬੜੇ ਉੱਚੇ ਮਹਾਤਮਾ ਹੋਏ ਨੇ ਰਜੌਰੀ ਵਿੱਚ, ਕਸ਼ਮੀਰ ਵਿੱਚ। ਉਹਨਾਂ ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਪਰ ਮਨ ਸੀ ਜਿਹੜਾ ਉਹਨੂੰ ਸ਼ਾਂਤੀ ਨਾ ਮਿਲੀ। ਔਰ ਸਤਿਗੁਰ ਕਹਿੰਦੇ ਨੇ ਮਨ ਸ਼ਾਂਤ ਕਿੱਥੇ ਹੁੰਦਾ ਹੈ? ਉਹ ਮਨ ਸ਼ਾਂਤ ਨਾ ਹੋਵੇ ਜੀ ਬਿਨਾ ਹਰੀ ਨਾਮ ਤੋਂ, ਸ਼ਾਂਤ ਨਾ ਹੋਵੇ ਜੀ ਬਿਨਾ ਹਰੀ ਨਾਮ ਤੋਂ। ਗੱਜ ਕੇ ਬਈ ਸਾਰੇ ਜਪੋ। ਸਾਡੇ ਵੱਡੇ ਮਹਾਂਪੁਰਸ਼ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਸ਼, ਜਿਨ੍ਹਾਂ ਤੋਂ ਬਰਸਾਏ ਹੋਏ ਸੀ ਸੰਤ ਬਾਬਾ ਸਾਧੂ ਰਾਮ ਜੀ ਟਿੱਬੇ ਵਾਲੇ, ਜਿਨ੍ਹਾਂ ਦੀ ਆਵਾਜ਼ 5-5 ਕਿਲੋਮੀਟਰ ਤੇ ਬਿਨਾਂ ਸਪੀਕਰ ਤੋਂ ਜਾਂਦੀ ਸੀ, ਜਿਨ੍ਹਾਂ ਨੇ ਬੇਅੰਤ ਗੁਰਦੁਆਰੇ, ਧਰਮਸ਼ਾਲਾ, ਸਕੂਲ, ਕਾਲਜ 1947 ਤੱਕ, 1895 ਚ ਉਹਨਾਂ ਦਾ ਜਨਮ ਸੀ। ਬੇਸ਼ੱਕ ਅਸੀਂ ਜਿਵੇਂ ਅੱਜ ਬਾਬਾ ਜੀ, ਬਾਬਾ ਜਤਿੰਦਰਪਾਲ ਸਿੰਘ ਜੀ ਸੋਢੀ ਸਾਹਿਬ 10ਵੀਂ ਵੰਸ਼ ਚੋਂ ਨੇ ਨਾ, ਅਕਾਲਗੜ੍ਹ ਵਾਲੇ, ਉਹ ਤੁਹਾਡੇ ਭਾਗ ਚੰਗੇ ਹੈ। ਜਦੋਂ ਸਿੱਖਾਂ ਵਿੱਚ ਪਹਿਲਾ ਕੀਰਤਨ ਹੋਇਆ ਸੀ, ਉਹ ਸਾਡੀ ਕੁੱਲ ਦਾ ਬਜ਼ੁਰਗ ਸੀ ਬਾਬਾ ਬੰਬੀਹਾ, ਤੇ 18ਵੀਂ ਵੰਸ਼ ਦੇ ਵਿੱਚ ਅਸੀਂ ਆ। ਉਦੋਂ ਤੋਂ ਦੋ ਸ਼ਕਤੀਆਂ ਜਿਹੜੀਆਂ ਅੱਜ ਸੰਗਤ ਸਮੇਤ ਤੁਹਾਡੇ ਨਗਰ ਚ ਆਈਆਂ, ਐਵੇਂ ਗੱਲ ਨਹੀਂ ਕੋਈ। ਅਸੀਂ ਤਾਂ ਮੰਗਰੋਂ ਆਇਆ, ਪਹਿਲਾਂ 33 ਕਰੋੜ ਦੇਵਤਾ ਪਹੁੰਚ ਗਏ। ਪਹਿਲਾਂ ਉਹਨਾਂ ਨੇ ਮੋਸਟ ਵੈਲਕਮ ਕੀਤਾ ਹੈ।
ਐਵੇਂ ਥੋੜਾ ਇਹ ਜਿਹੜੀ ਅੱਜ ਕਿਰਪਾ ਵਰਸ ਰਹੀ ਹੈ ਐਵੇਂ ਗੱਲ ਨਹੀਂ ਹੈ। ਔਰ ਗੁਰਮੁਖ ਪਿਆਰਿਓ, ਸਤਿਗੁਰਾਂ ਦੇ ਚਰਨਾਂ 'ਚ ਇਹ ਕਿਰਪਾ ਬਾਬਾ ਸਾਧੂ ਰਾਮ ਜੀਆਂ ਤੋਂ ਬਾਅਦ ਪਿਤਾ ਸੰਤ ਗਰੀਬਦਾਸ ਜੀ 1992 ਤੋਂ ਦਾਸ ਰਿਹਾ ਤੇ ਕਿਰਪਾ। ਬੇਸ਼ੱਕ ਮੈਂ ਕਿੱਤੇ ਵਿੱਚ ਉਦੋਂ ਲੈਕਚਰਰ ਤੌਰ ਤੇ ਪੜ੍ਹਾਈ ਕਰਾ ਰਿਹਾ ਸੀ ਬੱਚਿਆਂ ਨੂੰ, ਪਰ ਸਤਿਗੁਰਾਂ ਦੀ ਮੌਜ ਹੈ। ਇਸ ਕਰਕੇ ਬਿਨਾਂ ਨਾਮ ਤੋਂ ਮਨ ਸ਼ਾਂਤ ਨਹੀਂ ਹੋਣਾ। ਸ਼ਾਂਤ ਨਾ ਹੋਵੇ ਜੀ ਬਿਨਾ ਹਰਿ ਨਾਮ ਤੋਂ, ਸ਼ਾਂਤ ਨਾ ਹੋਵੇ ਜੀ ਬਿਨਾ ਹਰਿ ਨਾਮ ਤੋਂ। शांत ना होवे शांत ना होवे, शांत ना होवे शांत ना होवे। शांत ना होवे जी बिना हरि नाम तो, शांत ना होवे जी बिना हरि नाम तो। और मन शांत नहीं हुंदा। जानकी प्रसाद जी जो रजौरी ਦੇ ਵਿੱਚ ਮਹਾਨ ਉਹਨਾਂ ਦਾ ਸਥਾਨ ਜੰਮੂ ਕਸ਼ਮੀਰ ਦੇ ਵਿੱਚ, ਉੱਥੇ ਬਾਬਾ ਲਛਮਣ ਦਾਸ ਉਹ ਮਹਾਰਾਜ ਨੇ ਜਾ ਕੇ ਨਮਸਕਾਰ ਕੀਤੀ। ਮਹਾਰਾਜ ਮੈਂ ਭਟਕਦਾ ਫਿਰਦਾ, ਜਿੱਥੇ ਜੁੜਿਓ ਮਹਾਤਮਾ ਜੀ ਸਾਨੂੰ ਵੀ ਜੋੜ ਦਿਓ। ਜਦੋਂ ਬਾਬਾ ਅਤਰ ਸਿੰਘ ਮਹਾਰਾਜ ਕੋਲ ਬਾਬਾ ਸਾਧੂ ਰਾਮ ਗਏ ਸੀ ਨਾ, खुश हो के बाबा अतर सिंह महतूआने वाले कहते साधु राम मंगला। की मंगना है? कहते महाराज जिहड़ा अमृत वेले उठ के जिहड़ी सुरती च जिन्हों ध्याने वो अवस्था दे दिओ। फर्क ही नहीं है बस। एक ओनू मंग लैंदे ने, एक दुनिया नूं मंग लैंदे ने जिहड़ी नाशवान अविनाशी नूं मंगो। जदों मंगना करया करो बेनती हो तुमरी करो नित आस, प्रभ मोह कब गल लावेंगे। महाराज बड़े जन्मां तो बाद तेरे दर्शन होए है, कदों किरपा करोगे। उत्थे मन बाबा जी लछमण दास जी बंदा बाबा बंदा बहादुर जी का मन शांत ना होया। जिमें धरू अपने महलों नूं छड्ड के बरागी होके तुर पिया सी ना। फिर और गुरमुख प्यारिओ बाबा बंदा बहादुर जी जिन्हां ने गुरमुख प्यारिओ राम थम्मण ना एक डेरा बहुत वड्डा लाहौर विच, उत्थे महात्मा रहिंदे ने रामदास। फिर लछमण दास जी उत्थे जांदे ने सच दी भाल विच, उत्थे बड़ी सेवा कीती, पर मन टिकिया नहीं प्यारिओ। उत्थों मन अवस्था ऐसी बन गई, मन शिकारी हो गया दुनिया दे पंछियां दा जानवरां दा। उत्थे गुरमुख प्यारिओ फिर तुहानूं पता छोटी जी एक कथा आउंदी है, बड़ा इतिहास है बाबा बंदा सिंह बहादुर दा, इन्ना छेती नहीं सुनाया जाना। एक हरनी दे तीर मारदे है ते हरनी मर रही है ते वो बच्चों नूं उहने जन्म देना सी। बच्चे पेट चों बाहर लेके तड़प तड़प के मर रहे ने। एक सच दी खोज दा पुजारी जदों वो नेत्रां नाल वेखदे ने, गुरमुख प्यारिओ मन विच विराग आ गया है। विवेक, विराग, शम, दम, शरदा, समाधान, उपराम,
ਤਤੀਕਸ਼ਾ ਇਹ ਸੁਰਤੀ ਦੇ ਮਾਰਗ ਨੇ। ਵਿਵੇਕ ਜਿਹਨੂੰ ਗਿਆਨ ਹੋ ਗਿਆ ਉਹ ਵਿਰਾਗ ਵੱਲ ਜਾਏਗਾ। ਜਿਹੜਾ ਵਿਰਾਗੀ ਬਣ ਗਿਆ ਸਮ, ਫਿਰ ਦਮ, ਫਿਰ ਸਰਦਾ, ਫਿਰ ਸਮਾਧਾਨ, ਫਿਰ ਉਪਰਾਮ, ਫਿਰ ਤਤੀਕਸ਼ਾ। ਤਤੀਕਸ਼ਾ ਭਗਤੀ ਆ ਜਿੱਥੇ ਆਪਾਂ ਹੁਣ ਬੈਠੇ ਆ, ਇਹਨੂੰ ਤਤੀਕਸ਼ਾ ਭਗਤੀ ਕਹਿੰਦੀ ਹੈ। ਤਦੇ ਕਿਹਾ ਨਾ ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਏ ਲਾਏ ਧਿਆਨ। ਔਰ ਗੁਰਮੁਖ ਪਿਆਰੇ ਉੱਥੇ ਮਨ ਵੀ ਸ਼ਾਂਤ ਨਾ ਹੋਇਆ। ਹੁਣ ਤੀਜੇ ਗੁਰੂ ਕੋਲ ਜਾਂਦੇ ਨੇ ਲਛਮਣ ਦਾਸ ਜੀ। ਔਰ ਗੁਰਮੁਖ ਪਿਆਰਿਓ ਜੋਗੀ ਔਗੜਨਾਥ ਜੋ ਨਾਸਕ ਵਿੱਚ ਦੱਖਣ ਵਿੱਚ ਰਹਿੰਦੇ ਹੈ। 3 ਗੁਰੂ ਧਾਰੇ ਪਹਿਲਾਂ ਔਗੜਨਾਥ ਰਹਿੰਦੇ ਨੇ। ਯੋਗੀਆਂ ਕੋਲ ਸ਼ਕਤੀਆਂ ਹੁੰਦੀਆਂ, ਰਿੱਧੀਆਂ ਸਿੱਧੀਆਂ ਹੁੰਦੀਆਂ। ਔਰ ਲਛਮਣ ਦਾਸ ਬਰਾਗੀ ਹੋ ਕੇ ਮਾਧੋ ਦਾਸ ਬਣ ਜਾਂਦਾ ਹੈ। ਅੱਜ ਮਾਧੋ ਦਾਸ ਦੇ ਰੂਪ ਦੇ ਵਿੱਚ। ਔਰ ਗੁਰਮੁਖ ਪਿਆਰਿਓ ਜੋਗੀ ਔਗੜਨਾਥ ਉਹਦੇ ਡੇਰੇ ਵਿੱਚ ਬੈਠ ਕੇ ਜਦੋਂ ਸਿਮਰਨ ਵਿੱਚ ਬੰਦਾ ਬਹਿੰਦਾ ਹੈ, ਉਦੋਂ ਰਿੱਧੀਆਂ ਸਿੱਧੀਆਂ ਉਹਦੇ ਕੋਲ ਆ ਜਾਂਦੀਆਂ। ਧਿਆਨ ਦੇਣਾ, ਕਿਉਂਕਿ ਅਵਸਥਾ ਪਰਾ ਦੀ ਅਵਸਥਾ ਹੈ ਔਰ ਮਦਮ ਦੀ ਅਵਸਥਾ ਹੈ, ਬਸੰਤੀ ਦੀ ਅਵਸਥਾ ਹੈ, ਵੈਖੜੀ ਦੀ ਅਵਸਥਾ ਹੈ। ਜਿਹਨੂੰ ਵਾਹ ਦੇ ਉੱਤੇ ਮਦਮ ਕਿਹਾ, ਹੇ ਦੇ ਉੱਤੇ ਬਸੰਤੀ ਕਿਹਾ, ਗੋ ਦੇ ਉੱਤੇ ਗੁਰਮੁਖ ਪਿਆਰਿਓ ਮਦਮ ਬਸੰਤੀ ਪਰਾ, ਤੇ ਰੂਹ ਦੇ ਉੱਤੇ ਵੈਖੜੀ। ਤਦੇ ਕਹਿੰਦੇ ਨੇ ਅਵਸਥਾ ਵਿੱਚ ਤੇਰਾ ਮਨ ਆ ਜੇ, ਵਾਹਿਗੁਰੂ ਨਾਮ ਇਹਨੂੰ ਕਹਿੰਦੇ ਨੇ, ਵਾਹਿਗੁਰੂ ਨਾਮ ਜਹਾਜ਼ ਹੈ। ਚੜੇ ਸੋਤਰੇ ਧੁਨੀ ਤੋਂ ਚੜਿਆ, ਫੇਰ ਉਤਰ ਗਿਆ ਧੁਨੀ 'ਚ, ਫੇਰ ਚੜਿਆ, ਫੇਰ ਉਤਰ ਗਿਆ। ਜਿੱਥੇ ਸਵਾਸ ਜਾਂਦਾ ਉੱਥੇ ਦੀ ਅਵਸਥਾ ਵਾਹਿਗੁਰੂ, ਜਿੱਥੇ ਜਾਂਦਾ ਸਵਾਸ ਉੱਥੇ ਵਾਹਿਗੁਰੂ। ਤੇ ਵਾਹਿਗੁਰੂ ਵਾਹਿਗੁਰੂ ਇਹ ਅਵਸਥਾ ਕਰਮਾਂ ਵਾਲਿਆਂ ਦੀ ਬਣਦੀ ਹੈ। ਅੱਜ ਔਗੜਨਾਥ ਤੋਂ ਸ਼ਕਤੀਆਂ ਲੈ ਕੇ ਨਾਂਦੇੜ ਸਾਹਿਬ ਦੀ ਧਰਤੀ ਤੇ ਬੈਠੇ ਨੇ। ਉੱਥੇ ਜਿਹੜੇ ਵੱਡੇ ਵੱਡੇ ਕੋਈ ਸਾਧੂ ਆਉਂਦੇ ਹੈ, ਆਪਣੀ ਵਿਦਿਆ ਦੇ ਨਾਲ, ਰਿੱਧੀ ਸਿੱਧੀ ਦੇ ਨਾਲ ਉਹਦੀਆਂ ਲੋਟਰੀਆਂ ਖਵਾ ਦਿੰਦੇ ਹੈ। ਮਸ਼ਹੂਰ ਹੋ ਗਏ ਕਿ ਬਈ ਇੱਕ ਮਾਧੋ ਦਾਸ ਹੈ, ਉਹ ਤੋਂ ਬਚ ਕੇ ਰਹਿਓ। ਹੁਣ ਇੱਧਰ ਨੂੰ ਆ ਜਾਓ। ਇਹ ਤਾਂ ਟਿਕਾਣੇ ਤੇ ਲਾਗੇ ਨਾ 3 ਗੁਰੂ ਧਾਰ ਲਏ, ਮਨ ਨੂੰ ਸ਼ਾਂਤੀ ਨਹੀਂ, ਲੋਕਾਂ ਨੂੰ ਉਲਟਾ ਰਹੇ ਨੇ। ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਏ ਕੱਲੇ ਦੀ ਧਰਤੀ ਤੇ ਬੈਠੇ ਹੈ। ਔਰ ਨੂਰੇ ਮਾਹੀ ਨੂੰ ਭੇਜਿਆ, ਵੱਡਿਆਂ ਨੂੰ ਵਾਰ ਕੇ, ਚਮਕੌਰ ਸਾਹਿਬ ਦੀ ਧਰਤੀ ਤੇ ਵਾਰ ਕੇ। ਔਰ ਛੋਟੇ ਸਾਹਿਬਜ਼ਾਦਿਆਂ ਦਾ ਮਾਂ ਗੁਜਰੀ ਦਾ ਪਤਾ ਕਰਦੇ ਨੇ। ਔਰ ਜਦੋਂ ਪਤਾ ਕੀਤਾ, ਗੁਰਮੁਖ ਪਿਆਰਿਓ ਘਾਈ ਦਾ ਬੂਟਾ ਪੱਟਦੇ ਨੇ। ਨੂਰਾ ਮਾਹੀ ਧਾਹਾਂ ਮਾਰ ਕੇ ਰੋਂਦਾ ਹੈ, ਸੱਚੇ ਪਾਤਸ਼ਾਹ ਤੇਰੇ ਲੱਭਣੇ ਨੀ ਲਾਲ ਗੁਆਚੇ, ਮਿੱਟੀ ਨਾ ਬਰੋਲ ਜੋਗੀਆਂ ਵੀ ਤੇਰੇ ਲੱਭਣੇ ਨੀ ਲਾਲ ਗੁਆਚੇ, ਮਿੱਟੀ ਨਾ ਬਰੋਲ ਜੋਗੀਆਂ।
ਗੁਰਮੁਖ ਪਿਆਰਿਓ, ਜਦੋਂ ਨੂਰੇ ਮਾਹੀ ਨੇ ਕਿਹਾ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਦੇਖੋ ਕੈਸੇ ਬਾਪੂ ਦੇ ਪੁੱਤਰ ਧੀਆਂ, ਆਪਾਂ ਫੇਰ ਧੱਕੇ ਖਾਂਦੇ ਫਿਰਦੇ ਆਂ। ਕਿਤੇ ਜਾ ਕੇ ਮਿੱਟੀ ਕੱਢ ਦਿੱਤੀ, ਕਿਤੇ ਟੂਣਾ ਕਰਤਾ, ਕਿਤੇ ਜਾਦੂ ਕਰ ਦਿੱਤਾ, ਕਿਤੇ ਜਾ ਕੇ ਸਿਰਗਟਾਂ ਪੀਣ ਵਾਲਿਆਂ ਕੋਲ ਬੈਠੀ ਜਾਂਦੇ ਆ। ਐਡਾ ਸਾਡਾ ਮਹਾਨ ਬਾਪੂ, ਅਸੀਂ ਥਾਂ ਥਾਂ ਤੇ ਧੱਕੇ ਖਾਂਦੇ ਫਿਰਦੇ ਆ। ਇਸ ਕਰਕੇ ਐਡੇ ਬਾਪੂ ਤੋਂ ਮੰਗੋ ਤਾਂ ਸਹੀ। ਮਹਾਰਾਜ ਕਹਿੰਦੇ ਨੇ, ਇੱਛਾ ਪੂਰਕ ਸਰਬ ਸੁੱਖ ਦਾਤਾ, ਮੰਗੋ ਪਰ ਤੁਹਾਡੀ ਸ਼ਰਧਾ 'ਚ ਫਰਕ ਹੋ ਸਕਦਾ ਹੈ। ਇਹ ਬਾਪੂ ਦੇ ਦਰ ਤੇ ਕੋਈ ਘਾਟਾ ਨਹੀਂ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟ ਨਾ ਆਵਈ ਅਗਣਤ ਭਰੇ। ਉਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਪਤਾ ਲੱਗਿਆ, ਮੇਰੇ ਲਾਲਾ ਨੂੰ ਵਜੀਦੇ ਨੇ ਨੀਹਾਂ 'ਚ ਚਿਣ ਕੇ ਸ਼ਹੀਦ ਕਰ ਦਿੱਤਾ। ਮਾਂ ਗੁਜਰ ਕੌਰ ਉਹ ਵੀ ਸ਼ਹੀਦ ਹੋ ਗਏ ਹੈ। ਉੱਥੋਂ ਸਤਿਗੁਰੂ ਮਹਾਰਾਜ ਚਾਲੇ ਪਾਉਂਦੇ ਹੈ। ਮੈਂ ਮੇਨ ਪੁਆਇੰਟ ਤੇ ਆਵਾਂ। ਔਰ ਗੁਰਮੁਖ ਪਿਆਰਿਓ, ਦੀਨਾ ਕਾਂਗੜ ਦੀ ਧਰਤੀ ਤੇ ਜ਼ਫਰਨਾਮਾ ਲਿਖਦੇ ਹੈ। ਜ਼ਫਰਨਾਮੇ ਵਿੱਚ ਔਰੰਗਜ਼ੇਬ ਬਾਦਸ਼ਾਹ ਨੂੰ ਇੱਕ ਚਿੱਠੀ ਹੈ ਇਹ ਲਿਖੀ, ਕਿਹਾ ਤੂੰ ਮੇਰੇ ਚਾਰ ਨੂੰ ਮਾਰ ਕੇ ਵਾਲਾ ਹਫ ਨਾ, ਖੁਸ਼ ਨਾ ਹੋ। ਪਿਆਰੋ, ਕਿੱਡਾ ਤਕੜਾ ਮਨ ਸੀ ਸਤਿਗੁਰਾਂ ਦਾ। ਇੱਕ ਘਰ ਚੋਂ ਚਲਿਆ ਜਾਵੇ, ਸਾਲਾਂ ਵੱਧੀ ਲੱਗ ਜਾਂਦੇ ਨੇ ਮਨ ਰੋਕਣ ਵਾਸਤੇ। ਜਿਹਦੇ ਚਾਰ ਚਲੇ ਜਾਣ, ਮਾਂ ਚਲੀ ਜਾਵੇ, ਤੇ ਕੀ ਕਹਿੰਦੇ ਨੇ ਔਰੰਗਜ਼ੇਬ ਬਾਦਸ਼ਾਹ, ਤੂੰ ਮੇਰੇ ਚਾਰ ਮਾਰ ਲੈ, ਤੈਨੂੰ ਭੁਲੇਖਾ ਹੈ ਮੇਰੇ ਪੁੱਤਰ ਤਾਂ ਹਜ਼ਾਰਾਂ ਹੋਰ ਬੈਠੇ ਆ। ਜਪੋ ਸਤਨਾਮ। ਸਾਨੂੰ ਨਲਾਇਕਾਂ ਨੂੰ ਪੁੱਤਰ ਤੇ ਧੀ ਬਣਾਤਾ, ਲਾਇਕ ਵਾਰ ਕੇ। ਆਪਾਂ ਨਲਾਇਕ ਕਿਉਂ ਆ? ਹਜੇ ਤੱਕ ਖੰਡੇ ਬਾਟੇ ਦਾ ਅੰਮ੍ਰਿਤ ਹੀ ਨਹੀਂ ਛਕਿਆ, ਨਲਾਇਕ ਹੀ ਹੈ। ਅਜੇ ਤੱਕ ਉਹ ਗੁਰੂ ਦੇ ਲੜ ਨਹੀਂ ਲੱਗੇ। ਇਦੋਂ ਵੱਡੇ ਨਲਾਇਕ ਕੀ ਹੋ ਸਕਦੇ? ਔਰ ਗੁਰਮੁਖ ਪਿਆਰਿਓ, ਸਤਿਗੁਰੂ ਮਹਾਰਾਜ ਨੇ ਜ਼ਫਰਨਾਮਾ ਲਿਖਿਆ। ਮੇਰੇ ਸਤਿਗੁਰਾਂ ਦੀ ਕਲਮ ਵਿੱਚ ਕਿੱਡੀ ਪਾਵਰ ਸੀ। ਉਹ ਜ਼ਫਰਨਾਮਾ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਪੜ੍ਹਿਆ, ਪ੍ਰਾਣ ਛੱਡ ਦਿੱਤੇ, ਤੜਫ ਤੜਫ ਕੇ ਮਰ ਗਿਆ। ਵੀ ਐਸੇ ਲੋਕ ਪੰਜਾਬ ਦੇ ਵਿੱਚ ਰਹਿੰਦੇ ਨੇ ਜਿਨ੍ਹਾਂ ਨੇ ਐਸੇ ਪਿਆਰੇ ਗੁਰੂ ਦੇ ਲਾਲਾ ਨੂੰ ਸ਼ਹੀਦ ਕਰ ਦਿੱਤਾ। ਜਾ ਹੋਏ ਮਨਾ, ਇੱਥੇ ਰਹਿਣ ਦਾ ਕੋਈ ਧਿਰਗ ਨਹੀਂ ਤੈਨੂੰ। ਉਹਦੀ ਥਾਂ ਤੇ ਬਹਾਦਰ ਸ਼ਾਹ ਗੱਦੀ ਤੇ ਬਹਿੰਦਾ। ਇਧਰੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਚਲਦੇ ਚਲਦੇ ਦਮਦਮਾ ਸਾਹਿਬ ਤੋਂ ਵੀੜਾ ਵੱਧ ਕੇ ਸੇਵਾ ਲਾ ਕੇ, ਔਰ ਗੁਰਮੁਖ ਪਿਆਰਿਓ, ਬਾਬਾ ਦੀਪ ਸਿੰਘ ਸ਼ਹੀਦ, ਬਾਬਾ ਮਨੀ ਸਿੰਘ ਸੇਵਾ ਲਾ ਕੇ ਆਪ ਆਪਣੇ ਪਰਿਵਾਰ ਨੂੰ, ਕਿਉਂਕਿ ਦਿੱਲੀ ਤੋਂ ਪਰਿਵਾਰ ਵੀ, ਮਾਤਾ ਸੁੰਦਰੀ, ਮਾਤਾ ਜੀਤੋ ਤਾਂ ਪਹਿਲਾਂ ਹੀ ਸ਼ਹੀਦੀ ਪਾ ਗਈ ਸੀ। ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾ ਜੀ, ਬਾਬਾ ਮਨੀ ਸਿੰਘ ਇਹ ਲੈ ਕੇ ਪਹੁੰਚੇ ਨੇ। ਉੱਥੇ ਬੜੇ ਵਿਰਾਗ ਦੀ ਗੱਲ, ਮਾਂ ਜਿੱਡੇ ਮਰਜੀ ਇਕੱਠ 'ਚ ਚਲੀ ਜਾਵੇ, ਉਹਦਾ ਧਿਆਨ ਆਪਦੇ ਬੱਚੇ ਤੇ ਰਹਿੰਦਾ ਹੈ। ਹੁਣ ਬਾਬਾ ਮਨੀ ਸਿੰਘ ਹੋਰਾਂ ਨੂੰ ਕਹਿੰਦੇ, ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਕਹਿੰਦੇ, ਮੇਰੇ ਲਾਲ ਚੂਰੀ ਖਾਂਦੇ ਹੁੰਦੇ ਆ, ਕਿੰਨਾ ਚਿਰ ਹੋ ਗਿਆ ਟੁੱਟਿਆਂ ਨੂੰ, ਵਿਛੜਿਆਂ ਨੂੰ। ਮਨੀ ਸਿਆ ਚੂੜੀ ਕੁੱਟ ਕੇ ਰੱਖੀ, ਇੰਨੇ ਚਿਰ ਬਾਅਦ ਸਾਡੇ ਲਾਲ ਮਿਲਣਗੇ, ਮੇਰੇ ਤੋਂ ਚੂਰੀ ਮੰਗਣਗੇ। ਹੁਣ ਪਤਾ ਤਾਂ ਹੈਗਾ ਸੀ ਬਾਬਾ ਮਨੀ ਸਿੰਘ ਜੀ ਨੂੰ, ਪਰ ਦੱਸਣ ਕੀ। ਦਮਦਮਾ ਸਾਹਿਬ ਦੀ ਧਰਤੀ ਤੇ ਪਹੁੰਚੇ ਨੇ, ਬੜਾ ਇਕੱਠ ਹੈ। ਬਾਜਾਂ ਵਾਲੇ ਵੀ ਖੜੇ ਐ। ਪਰਿਵਾਰ ਨੂੰ ਵੇਖਿਆ, ਡੋਲੇ ਹੀ ਨਹੀਂ। ਮਾਤਾ ਸੁੰਦਰੀ ਜੀ ਪੁੱਛਦੇ ਆ, ਮੇਰੇ ਲਾਲ ਕਿੱਥੇ ਹੈ?
ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ, ਲਾਲ ਆਹ ਸਾਰੇ ਲਾਲ ਤੈਨੂੰ ਦਿਸਦੇ ਨਹੀਂ? ਮਾਂ ਗੁਜਰੀ ਕਿੱਥੇ ਹੈ? ਆ ਮਾਵਾਂ ਨਹੀਂ ਦਿਸਦੀਆਂ। ਹੋ ਵਾਹ ਸੰਗਤੇ, ਬੀਬੀਆਂ ਨੂੰ ਮਾਂ ਗੁਜਰੀ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਤੇ ਜਿਹੜੀ ਉੱਥੇ ਸੰਗਤ ਬੈਠੀ ਆ, ਵੀਰ ਬੈਠੇ ਨੇ, ਉਹਨਾਂ ਨੂੰ ਆਪਣੇ ਲਾਲ ਕਹਿੰਦੇ ਹੈ। ਕਹਿੰਦੇ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ। ਉੱਥੋਂ ਆਪਣੇ ਪਰਿਵਾਰਾਂ ਨੂੰ ਲੈ ਕੇ ਨਾਂਦੇੜ ਸਾਹਿਬ ਦੀ ਧਰਤੀ ਤੇ ਪਹੁੰਚਦੇ ਹੈ। ਨਾਂਦੇੜ ਸਾਹਿਬ ਦੀ ਧਰਤੀ ਤੇ ਪਹੁੰਚ ਕੇ ਤੇ ਜਿੱਥੇ ਮਾਧੋ ਦਾਸ ਬਰਾਗੀ ਰਹਿੰਦਾ ਹੈ, ਉੱਥੇ ਨੂੰ ਚਾਲੇ ਪਾਉਂਦੇ ਹੈ। ਉੱਥੇ ਨੂੰ ਚਾਲੇ ਪਾਏ ਔਰ ਗੁਰਮੁਖ ਪਿਆਰਿਓ, ਮਾਧੋ ਦਾਸ ਬਾਗ ਵਿੱਚ ਘੁੰਮ ਰਹੇ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਪਲੰਗ ਤੇ ਅੱਜ ਤੱਕ ਕੋਈ ਬੈਠ ਨਹੀਂ ਸਕਿਆ, ਮਾਧੋ ਦਾਸ ਵਿਰਾਗੀ ਬੰਦਾ ਸਿੰਘ ਬਹਾਦਰ ਦਾ ਜਿਹੜਾ ਪਲੰਗ ਸੀ, ਰਿੱਧੀਆਂ ਸਿੱਧੀਆਂ ਸੀ, ਜਿਹੜਾ ਬੈਠ ਨਹੀਂ ਸਕਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਉੱਥੇ ਬੈਠ ਜਾਂਦੇ ਨੇ। ਔਰ ਚੇਲੇ ਜਾ ਕੇ ਕਹਿੰਦੇ ਨੇ ਮਾਧੋ ਦਾਸ ਨੂੰ, ਕਹਿੰਦੇ ਜੀ ਤੁਹਾਡੇ ਪਲੰਗ ਤੇ ਉਹਦੇ ਮਸਤਕ ਦੇ ਵਿੱਚੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ, ਚੱਕਰਾਂ ਦੇ ਵਿੱਚੋਂ ਲਾਈਟਾਂ ਦਿਸਦੀਆਂ, ਉਹਦੇ ਨੇਤਰਾਂ ਦੇ ਵਿੱਚੋਂ ਕੋਈ ਵੱਖਰਾ ਨੂਰ ਦਿਸਦਾ ਹੈ ਕਿ ਤੁਹਾਡੇ ਪਲੰਗ ਤੇ ਬੈਠਾ ਮਾਧੋ ਦਾਸ ਵਿਰਾਗੀ ਤਿੰਨ ਗੁਰੂਆਂ ਨੂੰ ਧਾਰ ਕੇ ਮਨ ਦੀ ਸ਼ਾਂਤੀ ਨੂੰ ਲੱਭਦਾ ਫਿਰਦਾ ਹੈ, ਰਿੱਧੀਆਂ ਸਿੱਧੀਆਂ ਵਿੱਚ ਉਲਝਿਆ ਫਿਰਦਾ ਹੈ। ਗੁਰੂ ਦਾ ਸਿੱਖ ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ ਨਾਲ ਜੁੜਿਆ ਹੈ, ਕਿਉਂਕਿ ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਦੋਂ ਉਹਨੇ ਰਿੱਧੀਆਂ ਸਿੱਧੀਆਂ ਛੱਡੀਆਂ, ਜਦੋਂ ਰਿੱਧੀਆਂ ਸਿੱਧੀਆਂ ਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕੀਤੇ ਨਾ, ਉਹ ਚਰਨਾਂ ਵਿੱਚ ਵਹਿ ਗਈਆਂ, ਜਪੋ ਸਤਨਾਮ। ਹੁਣ ਦੇਖਿਆ ਮਾਧੋ ਦਾਸ ਨੇ ਕਿ ਰਿੱਧੀਆਂ ਸਿੱਧੀਆਂ ਵਾਪਸ ਨਹੀਂ ਆਈਆਂ। ਕੌਣ ਹੈ ਐਸਾ ਪੀਰ ਜਿਹੜਾ ਪਲੰਗ ਤੇ ਬੈਠਾ ਹੈ? ਆ ਕੇ ਮਾਧੋ ਦਾਸ ਨੇ ਜਦੋਂ ਸਾਹਮਣੇ ਦੇਖਿਆ ਨਾ, ਜਦੋਂ ਗੁਰੂ ਪਾਤਸ਼ਾਹ ਕਿੰਨੀ ਵੇਖਦੇ ਹੋ ਨਾ, ਗੁਰੂ ਗ੍ਰੰਥ ਸਾਹਿਬ ਕਿੰਨੀ, ਜਿਹਨੂੰ 10ਵੇਂ ਗੁਰਾਂ ਦਾ ਦੀਦਾਰ ਹੋ ਗਿਆ, 10ਵੇਂ ਗੁਰਾਂ ਦਾ ਦੀਦਾਰ ਹੋ ਗਿਆ ਵੀ, ਜਿਹਨੂੰ ਉਹਦਾ ਬੇੜਾ ਭਵ ਸਾਗਰ ਚੋਂ ਪਾਰ ਹੋ ਗਿਆ, ਬੇੜਾ ਭਵ ਸਾਗਰਾਂ ਚੋਂ ਪਾਰ ਹੋ ਗਿਆ ਵੀ, ਉਹਦਾ
ਨਮਸਕਾਰ ਹੋ ਗਿਆ, ਦਸਵੇਂ ਗੁਰਾਂ ਦਾ ਦੀਦਾਰ ਹੋ ਗਿਆ ਵੀ ਜਿਹਨੂੰ ਜਦੋਂ ਅੱਖ ਨਾਲ ਅੱਖ ਮਿਲੀ ਨਾ, ਮਾਧੋ ਦਾਸ ਵਿਰਾਗੀ ਦੀ ਆਵਾਜ਼ਾਂ ਵਾਲੇ ਨਾਲ ਅੱਖ ਨਾਲ ਅੱਖ ਮਿਲੀ। ਮਾਧੋ ਦਾਸ ਗੁਰੂ ਗੋਬਿੰਦ ਸਿੰਘ ਨੂੰ ਕਹਿੰਦੇ, ਤੂੰ ਕੌਣ ਹੈ? ਕਹਿੰਦੇ, ਅੰਦਰ ਚੁੱਭੀ ਮਾਰ ਕੇ ਵੇਖ ਤਾਂ, ਰਿੱਧੀਆਂ ਸਿੱਧੀਆਂ ਤਾਂ ਬੜੀਆਂ ਜਾਣਦਾ ਹੈ, ਅੰਦਰ ਝਾਤੀ ਮਾਰ। ਮਹਾਰਾਜ ਨੇ ਇੰਨੀ ਕੁ ਪਾਵਰ ਦੇ ਦਿੱਤੀ। ਕਹਿੰਦਾ, ਮੈਂ ਸੁਣਿਆ ਵੀ ਪੰਜਾਬ ਦੀ ਧਰਤੀ ਤੇ ਪਟਨਾ ਸਾਹਿਬ ਦੀ ਧਰਤੀ ਤੋਂ ਤੁਰੀ ਹੋਈ ਆਤਮਾ, ਉਹਦਾ ਨਾਂ ਗੁਰੂ ਗੋਬਿੰਦ ਸਿੰਘ ਆ। ਕਿਤੇ ਤੁਸੀਂ ਗੁਰੂ ਗੋਬਿੰਦ ਸਿੰਘ ਤਾਂ ਨਹੀਂ? ਤੇ ਸਿੰਘਾਂ ਨੇ ਕਿਹਾ, ਹਾਂਜੀ ਗੁਰੂ ਗੋਬਿੰਦ ਸਿੰਘ ਨੇ। ਕਹਿੰਦੇ, ਹੁਣ ਤੂੰ ਵੀ ਦੱਸ ਦੇ ਕੀ ਹੈ, ਕੌਣ ਆ ਤੂੰ? ਕਹਿੰਦੇ, ਜੀ ਮੈਂ ਬੰਦਾ। ਕਿਹਦਾ ਬੰਦਾ? ਕਹਿੰਦੇ, ਤੇਰਾ ਬੰਦਾ। ਦੇਖੋ ਸੌਦਾ ਹੋ ਰਿਹਾ ਹੈ। ਬਾਜਾਂ ਵਾਲੇ ਕਹਿੰਦੇ, ਤੂੰ ਕੌਣ ਹੈ? ਕਹਿੰਦਾ, ਮੈਂ ਬੰਦਾ। ਹਮ ਆਦਮੀ ਹਾਂ ਏਕ ਦਮੀ। ਜੇ ਤਾਂ ਦਮ ਆ ਗਿਆ ਤਾਂ ਆਦਮੀ, ਆ ਤਾਂ ਆਦਮੀ ਹੈ, ਜੇ ਨਾ ਆਇਆ ਕੁਛ ਵੀ ਨਹੀਂ। ਮੈਂ ਬੰਦਾ। ਕਿਹਦਾ ਬੰਦਾ? ਕਹਿੰਦੇ, ਤੇਰਾ ਬੰਦਾ। ਜੇ ਤੂੰ ਮੇਰਾ ਬੰਦਾ, ਮੈਂ ਤੇਰਾ ਬੰਦਾ। ਸੌਦਾ ਹੋ ਗਿਆ। ਚਰਨ ਪਕੜ ਲਏ। ਜਦੋਂ ਗੁਰੂ ਪਾਤਸ਼ਾਹ ਦਾ ਪੈਰ ਦਾ ਖੱਬਾ ਅੰਗੂਠਾ ਮਸਤਕ ਤੇ ਲੱਗਿਆ, ਔਰ ਗੁਰਮੁਖ ਪਿਆਰਿਓ, ਐਸੀ ਵਸਤੂ ਬਣੀ, ਗੁਰਾਂ ਨੇ ਮੇਰੇ ਜੀ ਨੈਣ ਖੋਲਤੇ, ਗੁਰਾਂ ਨੇ ਮੇਰੇ ਜੀ ਨੈਣ ਖੋਲਤੇ। ਮੇਰੇ ਸ਼ੇਖ ਕਲੇਜੇ ਵਿੱਚ ਪੈ ਗਿਆ ਸੰਗ ਤੇ, ਨੈਣ ਖੋਲ ਤੇ। ਸ਼ੇਖ ਕਲੇਜੇ ਵਿੱਚ ਪੈ ਗਿਆ ਸੰਗ ਤੇ ਜੀ, ਨੈਣ ਖੋਲ ਤੇ। ਔਰ ਜਿਵੇਂ ਸਾਰੀ ਸੰਗਤ ਨੂੰ ਗਿਆਨ ਆ ਵੀ ਧਰਤੀ ਥੱਲੇ ਪਾਣੀ ਹੈ, ਪਤਾ ਹੈ ਮਿਲੇਗਾ ਕਿਵੇਂ? ਬੋਕੀਆਂ ਲਾਉਣੀਆਂ ਪੈਣਗੀਆਂ, ਬੋਰ ਕਰਨਾ ਪੈਣਾ ਹੈ। ਸਤਿਗੁਰਾਂ ਦੀ ਸਮਦ੍ਰਿਸ਼ਟੀ ਜਦੋਂ ਬੰਦਾ ਸਿੰਘ ਬਹਾਦਰ, ਜਦੋਂ ਮਾਧੋ ਦਾਸ ਤੇ ਪੈਂਦੀ ਹੈ, ਔਰ ਬੋਕੀ ਦਾ ਰੂਪ ਧਾਰ ਕੇ ਉਹਦੇ ਹਿਰਦੇ ਤੱਕ ਨੈਣਾ ਦੀ ਤਾਕਤ ਪਹੁੰਚੀ, ਤੇ ਉਹਨਾਂ ਨੈਣਾ ਵਿੱਚ ਪਿਆ ਜਿਹੜਾ ਹਿਰਦੇ ਘਰ ਵਿੱਚ ਨਾਮ ਪਿਆ, ਨਾਮ ਕੀ ਮਹਿਮਾ ਸੰਤ ਰਿੱਧ ਵਸੈ। ਜਦੋਂ ਉੱਥੇ ਜਾ ਕੇ ਪੁੜ ਪਾਟਿਆ ਤੇ ਵਿੱਚੋਂ ਵਸਤੂ ਨਿਕਲੀ,
ਉਹਦੀ ਬਾਬਤ ਆਓ ਅੱਜ ਆਪਾਂ 5-4 ਪੰਕਤੀਆਂ ਵਿੱਚ ਸਰਵਣ ਕਰੀਏ। ਸੁਣਾਓ ਜੀ, ਕਰੋ ਕਿਰਪਾ। ਮਾਧੋ ਦਾਸ ਨੂੰ ਬੰਦਾ ਬਣਾਇਆ ਵਾਚਾ ਵਾਲੇ ਨੇ, ਮਾਧੋ ਦਾਸ ਨੂੰ ਬੰਦਾ ਬਣਾਇਆ ਵਾਜਾ ਵਾਲੇ ਨੇ, ਬੰਦਾ ਸਿੰਘ ਨੂੰ ਸਿੰਘ ਬਣਾਇਆ ਵਾਜਾ ਵਾਲੇ ਨੇ, ਮਾਧੋ ਦਾਸ ਨੂੰ ਬੰਦਾ ਬਣਾਇਆ ਵਾਜਾ ਵਾਲੇ ਨੇ, ਵਾਜਾ ਵਾਲੇ ਨੇ, ਮੋੜ ਆਪ ਖੰਡਾ ਤੋਂ ਹੰਕਾਰ ਤੋੜਿਆ, ਤੇ ਉਪਦੇਸ਼ ਬਾਣੀ ਦਾ ਚਰਨਾਂ ਨਾਲ ਜੋੜਿਆ। ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਮਨ, ਇਹ ਨਹੀਂ ਵੀ ਉਹ 3 ਗੁਰੂ ਧਾਰੇ ਸੀ ਮਾੜੇ ਸੀ, ਨਹੀਂ ਪਿਆਰੋ, ਜਿੰਨੀ ਕੁ ਪਾਵਰ ਉਹਨਾਂ ਕੋਲ ਸੀ ਰੋਕ ਕੇ ਤਾਂ ਰੱਖਿਆ ਨਾ ਬਕਾਰਾਂ ਵੱਲੋਂ, ਪਰ ਉਸ ਰਿੱਧੀ ਸਿੱਧੀ ਨੇ ਜੋ ਮਾਧੋ ਦਾਸ ਬਰਾਗੀ ਦੇ ਮਨ ਵਿੱਚ ਹੰਕਾਰ ਪੈਦਾ ਕਰ ਦਿੱਤਾ ਸੀ, ਉਸ ਹੰਕਾਰ ਨੂੰ ਅੰਮ੍ਰਿਤ ਵਿੱਚ ਕਨਵਰਟ ਕਰ ਰਹੀ ਹੈ ਇੱਕ ਆਤਮਾ। ਗੁਰੂ ਗੋਬਿੰਦ ਸਿੰਘ ਮਹਾਰਾਜ ਅੱਗੇ ਸਰਵਣ ਕਰੋ। ਮੋੜ ਆਪ ਖੰਡਾ ਤੋਂ ਹੰਕਾਰ ਤੋੜਿਆ, ਤੇ ਉਪਦੇਸ਼ ਬਾਣੀ ਦਾ ਚਰਨਾਂ ਨਾਲ ਜੋੜਿਆ, ਤੇ ਉਪਦੇਸ਼ ਬਾਣੀ ਦਾ ਚਰਨਾਂ ਨਾਲ ਜੋੜਿਆ, ਹੱਥੀ ਅੰਮ੍ਰਿਤ ਆਪ ਛਕਾਇਆ, ਹੱਥੀ ਅੰਮ੍ਰਿਤ ਆਪ ਛਕਾਇਆ ਬਾਜਾ ਵਾਲੇ ਨੇ, ਬੰਦਾ ਸਿੰਘ ਤੋਂ ਬੰਦਾ ਬਣਾਇਆ ਬਾਜਾ ਵਾਲੇ ਨੇ, ਮਾਧੋ ਦਾਸ ਨੂੰ ਸਿੰਘ ਬਣਾਇਆ ਬਾਜਾ ਵਾਲੇ ਨੇ, ਪੰਜ ਤੀਰ ਨਿਸ਼ਾਨੇ ਦਿੱਤੇ ਪੰਜ ਪਿਆਰੇ, ਬਖਸ਼ਿਸ਼ਾਂ ਦੇ ਰਹੇ ਨੇ ਸਤਿਗੁਰ ਪਾਤਸ਼ਾਹ। ਪੰਜ ਤੀਰ ਨਿਸ਼ਾਨੇ ਦਿੱਤੇ ਪੰਜ ਪਿਆਰੇ, ਬੋਲੇ ਸੋ ਨਿਹਾਲ ਦੇ ਬਖਸ਼ੇ ਜੈਕਾਰੇ, ਬੋਲੇ ਸੋ ਨਿਹਾਲ ਦੇ ਬਖਸ਼ੇ ਜੈਕਾਰੇ, ਫਿਰ ਫਤਿਹ ਦਾ ਜੈਕਾਰਾ ਲਾਇਆ, ਫਤਿਹ ਦਾ ਜੈਕਾਰਾ ਲਾਇਆ ਬਾਜਾ ਵਾਲੇ ਨੇ, ਬੰਦਾ ਸਿੰਘ ਨੂੰ ਸਿੰਘ ਸਜਾਇਆ ਬਾਜਾ ਵਾਲੇ ਨੇ, ਮਾਧੋ ਦਾਸ ਨੂੰ ਸਿੰਘ ਬਣਾਇਆ ਬਾਜਾ ਵਾਲੇ ਨੇ। ਐਸੇ ਗੁਰਮੁਖ ਪਿਆਰਿਓ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦੇਖੋ ਆਪ ਖੰਡੇ ਵਾਟੇ ਦਾ ਅੰਮ੍ਰਿਤ ਛਕਾਇਆ, 5 ਤੀਰ ਦਿੱਤੇ। ਉਹਨਾਂ ਤੀਰਾਂ ਵਿੱਚ ਜਿਹਨੂੰ ਕਹਿੰਦੇ ਆ ਭਗਉਤੀ, ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਤੇ ਹੈ। 5 ਬਖਸ਼ਿਸ਼ਾਂ 5 ਪਿਆਰੇ ਦੇ ਕੇ ਉਹਨੂੰ ਸਾਰੀ ਕਥਾ ਸੁਣਾਈ, ਮੇਰੇ ਲਾਲਾ ਨਾਲ ਕੀ ਹੋਇਆ। ਕਿਉਂਕਿ ਹੁਣ ਬੰਦਾ ਸਿੰਘ ਬਹਾਦਰ ਨੇ ਕਿਉਂ ਫਤਿਹ ਦੀ ਜੈਕਾਰਾ ਗਜਾਇਆ। ਅੱਜ ਬੰਦਾ ਸਿੰਘ ਬਹਾਦਰ ਜਿਹਦਾ ਨਾਂ ਗੁਰਬਖਸ਼ ਸਿੰਘ ਬਣ ਗਿਆ, ਅੱਜ ਗੁਰਬਖਸ਼ ਸਿੰਘ ਬੰਦਾ ਸਿੰਘ ਬਹਾਦਰ ਗੁਰੂ ਦੇ 5 ਪਿਆਰੇ 5 ਤੀਰਾਂ ਨੂੰ ਲੈ ਕੇ
ਮਨ ਵਿੱਚ ਮਾਂ ਗੁਜਰੀ ਦਾ ਪਿਆਰ, ਸਾਹਿਬਜ਼ਾਦਿਆਂ ਦਾ ਤੜਫ ਸਭ ਤੋਂ ਪਹਿਲਾਂ ਸਰਹੰਦ ਤੇ ਹਮਲਾ ਕਰਦੇ ਨੇ। ਸਰਹੰਦ ਕਿਉਂਕਿ ਬਹਾਦਰ ਸ਼ਾਹ ਨੂੰ ਪਤਾ ਲੱਗ ਗਿਆ ਸੀ ਧੱਕਾ ਕੀਤਾ ਵਜੀਦੇ ਨੇ, ਵਜੀਦਾ ਫੜਾਇਆ ਉਹਨਾਂ ਨੂੰ। ਵਜੀਦੇ ਨੂੰ ਗੁਰਮੁਖ ਪਿਆਰਿਓ ਗੱਡੀ ਦੇ ਪਿੱਛੇ, ਘੋੜਿਆਂ ਦੇ ਪਿੱਛੇ ਉਹਦੇ ਰੱਸੇ ਨਾਲ ਬੰਨ੍ਹ ਕੇ ਉਹੀ ਸਰਹੰਦ ਦੀਆਂ ਗਲੀਆਂ ਵਿੱਚ ਦੀ ਖਿੱਚ ਰਹੇ ਨੇ। ਔਰ ਗੁਰਮੁਖ ਪਿਆਰਿਓ ਜਿਹਦੀ ਖੋਪੜੀ ਲੈ ਜਾਂਦੀ, ਜਿਹਦਾ ਸਰੀਰ ਛਿਲਿਆ ਜਾਂਦਾ, ਚਾਂਗਾ ਮਾਰਦਾ ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ। ਜਿਹੜੇ ਭੜਪੂੰਜੇ ਤੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਸੀਸ ਦੇ ਵਿੱਚ ਉਬਲਦਾ ਰੇਤਾ ਪਵਾਇਆ ਸੀ, ਜਦੋਂ ਉਹਦੇ ਸਾਹਮਣੇ, ਉਹਦੇ ਖਾਨਦਾਨ ਦੇ ਸਾਹਮਣੇ ਦੀ ਲੰਘਣ ਲੱਗੇ, ਉਹਨੇ ਉਹੀ ਪਰਸਾ ਚੱਕ ਕੇ ਵਜੀਦੇ ਦੇ ਸਿਰ ਵਿੱਚ ਮਾਰ ਕੇ, ਗੁਰਮੁਖ ਪਿਆਰਿਓ ਖੋਪੜੀ ਕਿਤੇ ਅਤੇ ਸਰੀਰ ਕਿਤੇ ਹੈ, ਪਾਪੀ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਸਰਹੰਦ ਫਤਿਹ ਕੀਤੀ, ਚੱਪੜ ਚਿੜੀ ਦਾ ਮੋਰਚਾ ਉਹ ਫਤਿਹ ਕੀਤਾ, ਛਡੌਰੇ ਦੀ ਧਰਤੀ ਫਤਿਹ ਕੀਤੀ। ਐ ਫਤਿਹ ਕਰਦੇ ਕਰਦੇ ਜਦੋਂ ਸਮਾਣੇ ਆਏ ਨਾ, ਸਮਾਣੇ, ਇੱਥੋਂ ਸਮਾਣੇ ਪਤਾ ਲੱਗਿਆ ਵੀ ਜੀ ਇੱਕ ਸਾਡੇ ਇਲਾਕੇ ਵਿੱਚ ਪਠਾਨ ਰਹਿੰਦਾ, ਦੁਸ਼ਟ ਖਾਂ। ਜਦੋਂ ਦੱਸਿਆ ਵੀ ਦੁਸ਼ਟ ਖਾਂ ਰਹਿੰਦਾ, ਉਹ ਜੀ ਸਾਡੀਆਂ ਹਿੰਦੂਆਂ ਦੀਆਂ, ਸਿੱਖਾਂ ਦੀਆਂ ਧੀਆਂ ਨੂੰ ਜਬਰੀ ਚੁੱਕ ਕੇ ਵਜੀਦ ਖਾਂ ਨੂੰ ਦਿੰਦਾ ਹੈ। ਔਰ ਗੁਰਮੁਖ ਪਿਆਰਿਓ, ਤੇ ਪਹਿਲਾਂ ਖਾਲਸੇ ਦਾ ਕੰਮ ਹੁੰਦਾ ਸਮਝਾਉਣਾ ਹੈ। ਆਪ ਇਸ ਧਰਤੀ ਤੇ ਆ ਕੇ ਬੰਦਾ ਸਿੰਘ ਬਹਾਦਰ ਜੀਆਂ ਨੇ ਉਸ ਦੁਸ਼ਟ ਖਾਂ ਨੂੰ ਸਮਝਾਇਆ ਵੀ ਪਾਪ ਬੁਰਾ ਹੁੰਦਾ, ਤੂੰ ਇਹੋ ਜਿਹੇ ਮਾੜੇ ਕਰਮ ਨਾ ਕਰ, ਧੀਆਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ, ਤੂੰ ਉਸ ਅੱਲਾ ਦਾ ਖੌਫ ਖਾ। ਬੜਾ ਸਮਝਾਇਆ, ਨਾ ਸਮਝੇ। ਜਦੋਂ ਨਾ ਸਮਝਿਆ ਪਿਆਰਿਓ, ਹੁਣ ਫਿਰ ਬੰਦਾ ਸਿੰਘ ਬਹਾਦਰ ਇਹੋ ਜਿਹਿਆਂ ਦਾ ਸੌਦਾ ਲਾਉਣ ਆਇਆ ਸੀ, ਤੇ ਸਿੰਘਾਂ ਨੂੰ ਕਹਿੰਦੇ ਵੀ ਐਂ ਕਰੋ, ਇਸ ਦੁਸ਼ਟ ਦਾ ਸੌਦਾ ਲਾ ਦਿਓ। ਫਿਰ ਉਹ ਦੁਸ਼ਟ ਖਾਂ ਨੂੰ ਸਿੰਘਾਂ ਨੇ ਸਦਾ ਦੀ ਨੀਂਦ ਸੁਲਾ ਦਿੱਤਾ। ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਥੇ ਹਿੰਦੂ ਘਰਾਣੇ ਰਹਿੰਦਾ ਸੀ, ਔਰ ਉਸ ਨੂੰ ਕਿਹਾ ਵੀ ਇਹ ਹਵੇਲੀ ਤੂੰ ਸਾਂਭ, ਜਿਹੜੀ ਇਹਦੀ ਸਾਰੀ ਪ੍ਰਾਪਰਟੀ ਪਾਪਾ ਨਾਲ ਇਕੱਠੀ ਕੀਤੀ ਹੋਇਆ ਤੈਨੂੰ ਦਿੱਤੀ, ਇਸ ਨਗਰ ਨੂੰ ਵਸਾਉਣਾ ਕਰੋ। ਇਸ ਨਗਰ ਦਾ ਨਾਂ ਅਕਾਲਗੜ੍ਹ, ਅਕਾਲ ਦਾ ਗੜ੍ਹ, ਜਿੱਥੇ ਅਕਾਲ, ਜਿੱਥੇ ਮਾਲਕ ਹਮੇਸ਼ਾ ਰਿਹਾ ਕਰੇਗਾ। ਬ੍ਰਹਮ ਗਿਆਨੀ ਬਾਬਾ ਬੰਦਾ ਸਿੰਘ ਬਹਾਦਰ ਦਾ ਹੀ ਬਚਨਾ ਤੁਹਾਡੀ ਧਰਤੀ ਨੂੰ। ਜੇ ਹੁਣ ਇਸ ਨਗਰ ਵਿੱਚ ਰਹਿ ਕੇ ਅੰਮ੍ਰਿਤਧਾਰੀ ਨਹੀਂ ਹੋਵਾਂਗੇ, ਇਸ ਨਗਰ ਵਿੱਚ ਰਹਿ ਕੇ ਨਸ਼ੇ ਖਾਵਾਂਗੇ, ਬੀੜੀਆਂ ਸਿਰਗਟਾਂ ਤਮਾਕੂ ਪੀਵਾਂਗੇ, ਇਸ ਨਗਰ ਵਿੱਚ ਰਹਿ ਕੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰਾਂ ਨੂੰ ਮੰਨਾਂਗੇ, ਫਿਰ ਉਹਨਾਂ ਦੇ ਪਰਿਵਾਰਾਂ ਦਾ ਵਾਧਾ ਨਹੀਂ ਹੋ ਸਕਦਾ। ਇਹ ਯਾਦ ਰੱਖਿਓ ਗੱਲ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ, ਉਹਨਾਂ ਨੇ ਉਸ ਦੁਸ਼ਟ ਦਾ ਸੌਦਾ ਲਾਇਆ। ਇੱਕ ਹਿੰਦੂ ਪਰਿਵਾਰ ਨੂੰ ਉਹ ਹਵੇਲੀ ਸਮਾ ਕੇ ਕਿਹਾ ਕਿ ਤੁਹਾਡਾ ਪਰਿਵਾਰ ਅਕਾਲੀਆਂ ਦਾ ਵੱਜਿਆ ਕਰੇਗਾ, ਤੁਸੀਂ ਅਕਾਲੀ ਵੱਜੋਗੇ। ਉਸ ਟਾਈਮ ਫਿਰ ਉਹ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾਇਆ। ਉਹ ਘਬਰਾ ਗਏ ਜੀ, ਜ਼ੁਲਮ ਬੜਾ ਵੱਡਾ ਹੈ। ਤਾਂ ਬਾਬਾ ਬੰਦਾ ਸਿੰਘ ਬਹਾਦਰ ਨੇ 5 ਆਪਣੇ ਸਿੰਘ ਵੀ ਦਿੱਤੇ, ਨਿਹੰਗ ਸਿੰਘ ਉਹ ਵੀ ਦਿੱਤੇ ਉਹਦੀ ਹਿਫਾਜ਼ਤ ਵਾਸਤੇ, ਔਰ ਇਸ ਨਗਰ ਨੂੰ ਵਸਾਇਆ ਪਿਆਰਿਓ। ਔਰ ਇਹ ਕੋਈ ਛੋਟੀ ਗੱਲ ਨਹੀਂ, ਕਿਉਂਕਿ ਡਾਕਟਰ ਗੁਰਨਾਮ ਸਿੰਘ ਜੀ ਕੀਦਾ ਸਾਹਿਬ, ਡਾਕਟਰ ਜਸਪਾਲ ਸਿੰਘ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮੁਖ ਪਿਆਰਿਓ ਵਾਈਸ ਚਾਂਸਲਰ ਸਨ, ਉਹਨਾਂ ਨੂੰ ਕਿਹਾ ਵੀ UGC ਵੱਲੋਂ ਹਰ ਯੂਨੀਵਰਸਿਟੀ ਨੂੰ 5 ਨਗਰ ਦਿੱਤੇ ਜਾਂਦੇ ਹੈ, ਵੀ ਸਾਡੇ ਨਗਰ ਦਾ ਇਤਿਹਾਸ ਬਹੁਤ ਵੱਡਾ ਹੈ।
ਇਹਨੂੰ ਫਰੋਲਿਆ ਜਾਵੇ ਤੇ ਸਟੱਡੀ ਕੀਤੀ ਜਾਵੇ ਤਾਂ ਉਸ ਟਾਈਮ ਇਸ ਨਗਰ ਨੂੰ ਗੋਦ ਵਿੱਚ ਲਿਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ। ਔਰ ਬੀਬੀ ਰਾਜਵਿੰਦਰ ਕੌਰ, ਡਾਕਟਰ ਰਾਜਵਿੰਦਰ ਕੌਰ, ਉਹਨੂੰ ਇਸ ਖੋਜ ਦਾ ਮੁਖੀ ਲਾਇਆ ਗਿਆ। ਇਹਦੀਆਂ ਖੋਜਾਂ ਹੋ ਰਹੀਆਂ। ਤੁਹਾਡਾ ਨਗਰ ਨਕਸ਼ੇ ਉੱਤੇ, ਪੈਮਾਨੇ ਉੱਤੇ ਕਿੱਡਾ ਨਗਰ ਵੱਡਾ ਹੈ। ਇਹ ਨਾ ਸੋਚੋ ਘਰ ਥੋੜੇ ਨੇ ਤਾਂ ਬਥੇਰੇ ਵੱਧ ਜਾਣੇ ਹੈ, ਬਥੇਰਾ ਵੱਡਾ ਹੋ ਜਾਣਾ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੇ ਜਦੋਂ ਸਮਾਣਾ ਇਹ ਇਲਾਕਾ ਫਤਿਹ ਕੀਤਾ, ਜ਼ਾਲਮਾਂ ਨੂੰ ਸੋਧਿਆ। ਫਿਰ ਗੁਰਦਾਸ ਨੰਗਲ ਗੜ੍ਹੀ, ਉਹਦੇ ਵਿੱਚ ਸਾਰੇ ਇਕੱਠੇ ਹੋਏ ਹੈ। ਜਦੋਂ ਬੰਦਾ ਸਿੰਘ ਬਹਾਦਰ ਜੀ, ਕਿਉਂਕਿ ਮੈਂ ਮੇਨ ਸੁਣਾ ਰਹੀ ਹਾਂ, ਔਰ ਗੁਰਦਾਸ ਨੰਗਲ ਗੜ੍ਹੀ ਦੇ ਵਿੱਚ ਬੈਠੇ ਨੇ, ਉੱਥੇ ਆਪਸ ਵਿੱਚ ਥੋੜਾ ਜਿਹਾ ਫਰਕ ਪੈ ਗਿਆ। ਕਿਉਂਕਿ ਆਪਾਂ ਕਦੋਂ ਹਾਰੇ ਹਾਂ? ਜਦੋਂ ਸਾਡੇ ਵਿੱਚ ਫੁੱਟ ਪਈ ਹੈ। ਹੁਣ ਫੁੱਟੀ ਆਪਣੀ 'ਚ। ਉਹਨਾਂ ਲੋਕਾਂ ਦੇ ਤੁਸੀਂ ਮਦਈ ਬਣੇ ਹੋਏ ਹੋ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਪਾੜ ਕੇ ਨਾਲੀਆਂ 'ਚ ਸਿੱਟੇ, ਬੇਅਦਬੀਆਂ ਕੀਤੀਆਂ। ਤੁਸੀਂ ਉਹਨਾਂ ਲੋਕਾਂ ਦੇ ਵਿੱਚ ਤੁਰ ਰਹੇ ਹੋ ਜਿਨ੍ਹਾਂ ਨੇ ਹਰਮੰਦਰ ਸਾਹਿਬ ਨੂੰ ਗੋਲੀਆਂ ਨਾਲ ਉਡਾ ਦਿੱਤਾ। ਤੁਹਾਡੇ 'ਚ ਤਾਂ ਅਣਖ ਹੀ ਖਤਮ ਹੋ ਗਈ ਹੈ। ਇਸ ਕਰਕੇ ਇਹ ਅਣਖ ਨੂੰ ਬਰਕਰਾਰ ਰੱਖੋ। ਘੱਟੋ ਘੱਟ ਤੁਹਾਡੀ ਜ਼ਮੀਰ ਆ ਜਿਹੜੀ, ਇਹ ਜਿਉਂਦੀ ਜਾਗਦੀ ਰੱਖੋ। ਜਨਮ ਮਿਲਿਆ, ਵਾਰ-ਵਾਰ ਨਹੀਂ ਮਿਲਣਾ। ਸਤਿਗੁਰਾਂ ਦੇ ਚਰਨਾਂ 'ਚ ਐਸੀ ਕਿਰਪਾ। ਤੇ ਉੱਥੋਂ ਜਦੋਂ ਫਰਕ ਪੈ ਗਿਆ ਸਾਰੇ ਸਿੰਘਾਂ 'ਚ, ਤੇ ਉੱਥੇ ਗੁਰਮੁਖ ਪਿਆਰਿਓ ਬਾਬਾ ਜੀ ਸਨ ਜਿਨ੍ਹਾਂ ਦਾ ਨਾਂ ਸੀਗਾ ਦੀਵਾਨ। ਔਰ ਉਹਨਾਂ ਨੇ ਵੀ ਚਾਲੇ ਪਾ ਦਿੱਤੇ ਤੇ ਹਜ਼ਾਰਾਂ ਦੀ ਗਿਣਤੀ ਸਿੰਘ ਇਕੱਠੇ ਸੀ। ਤੇ ਮੌਕੇ ਦੀ ਜਿਹੜੇ ਗੁਰਮੁਖ ਪਿਆਰਿਓ ਉਹ ਤਾਕ ਵਿੱਚ ਸੀ, ਇਹਨਾਂ ਨੂੰ ਕਿਵੇਂ ਫੜਿਆ ਜਾਵੇ। ਤਾਂ ਉਸ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦ ਕੀਤਾ ਗਿਆ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀਆਂ ਨੂੰ ਕੈਦ ਕੀਤਾ ਗਿਆ ਤਾਂ ਉਸ ਟਾਈਮ ਗੁਰਮੁਖ ਪਿਆਰਿਓ ਕਹਿੰਦੇ ਪਿੰਜਰੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੂੰ, ਕਿਉਂਕਿ ਅਬਦਲ ਸਮੁੰਦ ਖਾਂ ਨੇ ਆਪਣੇ ਪੁੱਤਰਾਂ ਨੂੰ, ਜੋ ਜ਼ਕਰੀਆ ਖਾਂ ਤੇ ਕਮਰੂਦੀਨ ਸੀ, ਇਹਨਾਂ ਨੂੰ ਭੇਜਿਆ ਸੀ। ਔਰ ਉੱਥੇ ਪਕੜ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਉੱਤੇ ਪਿੰਜਰਾ ਰੱਖ ਕੇ, ਤੇ ਨਾਲ ਦੀ ਨਾਲ ਜਿਹੜੇ ਹਜ਼ਾਰਾਂ ਸਿੱਖ ਜਾ ਰਹੇ ਸੀ, ਉਹਨਾਂ ਦੇ ਜ਼ਕਰੀਆ ਖਾਂ ਸਿਰਾਂ ਨੂੰ ਵੱਢ ਕੇ ਉਹਨਾਂ ਦੀਆਂ ਖੋਪੜੀਆਂ ਖਾਲੀ ਕਰਕੇ ਉਹਨਾਂ 'ਚ ਨੇਜੇ ਟੰਗ ਕੇ ਜਾ ਰਹੇ ਨੇ, ਭੈ ਬਣਾ ਰਹੇ ਨੇ। ਕੋਈ ਸਿੱਖ ਨਾ ਬਣਿਓ, ਨਹੀਂ ਸਿੱਖਾਂ ਦਾ ਹਾਲ ਆ ਹੋਵੇਗਾ। ਉਹ ਜ਼ਕਰੀਆ ਖਾਂ 100 ਰੋਜ਼ ਸਿਰ ਵੱਢਦਾ ਸਿੱਖਾਂ ਦੇ, ਔਰ ਉਹ ਖੋਪੜੀਆਂ ਤੇ ਬੈਠ ਕੇ ਰੋਟੀ ਖਾਂਦਾ ਹੁੰਦਾ ਸੀ। ਇੱਕ ਦਿਨ ਐਸਾ ਵੀ ਆਇਆ, ਇੱਕ ਛੋਟਾ ਬੱਚਾ ਜਿਹਦੀ ਉਮਰ ਬਹੁਤ ਛੋਟੀ, ਉਹ ਵੀ ਗੁਰਮੁਖ ਪਿਆਰਿਓ ਇਸ ਕਾਫਲੇ ਵਿੱਚ ਸੀ। ਤੇ ਉਧਰੋਂ ਉਹਦੀ ਮਾਂ ਨੂੰ ਪਤਾ ਲੱਗਿਆ, ਉਹਨੇ ਦੀਵਾਨ ਰਤਨ ਚੰਦ ਕੋਲ ਜਾ ਕੇ ਕਿਹਾ, ਮੇਰਾ ਪੁੱਤ ਸਿੱਖ ਨਹੀਂ ਹੈਗਾ। ਛੋਟਾ ਜਿਹਾ ਬੱਚਾ ਜਾ ਕੇ ਉਹ ਕੁਦਰਤੀ ਜਦੋਂ ਗਏ ਜਿੱਥੇ ਰੋਜ਼ ਸਿਰ ਵੱਢੇ ਆਉਂਦੇ ਸੀ ਸਿੱਖਾਂ ਦੇ, ਤਾਂ ਉਸ ਟਾਈਮ ਗੁਰਮੁਖ ਪਿਆਰਿਓ ਮਾਂ ਨੇ ਕਿਹਾ, ਉਹ ਮੇਰਾ ਪੁੱਤ ਹੈ। ਉਹਦੀ ਵਾਰੀ ਸੀ ਉਹਦੇ ਸਿਰ ਵੱਢਣ ਦੀ। ਛੋਟੇ ਬੱਚੇ ਨੂੰ ਕਿਹਾ, ਮੇਰੇ ਪੁੱਤ ਨੂੰ ਛੱਡ ਦਿਓ, ਇਹ ਸਿੱਖ ਨਹੀਂ। ਜਦੋਂ ਬੱਚੇ ਨੂੰ ਬਾਹਰ ਬੁਲਾਇਆ, ਕਹਿੰਦੇ ਆਹ ਕੌਣ ਆ? ਕਹਿੰਦੇ ਮੈਨੂੰ ਤਾਂ ਪਤਾ ਨਹੀਂ। ਕਹਿੰਦੇ ਉਹ ਕਹਿੰਦੀ ਮੇਰਾ ਬੱਚਾ ਹੈ, ਤੂੰ ਸਿੱਖ ਨਹੀਂ? ਕਹਿੰਦੇ ਮੈਂ ਸਿੱਖ ਹਾਂ, ਸਿੱਖ ਰਹਾਂਗਾ ਤੇ ਸਿੱਖੀ ਲਈ ਮਰ ਜਾਵਾਂਗਾ। ਛੇਤੀ ਕਰੋ, ਮੇਰੇ ਨਾਲ ਦਿਆਂ ਦੇ ਨਾਲ ਮੈਂ ਪਹੁੰਚ ਜਾਵਾਂ। ਉਹ ਸਿਰ ਦਿੱਤਿਆਂ ਜੇ ਸਿੱਖੀ ਮਿਲ ਜੇ, ਸੱਚ ਤਈ ਜਾਣੀ ਜਾਣੀ। ਦਿੱਤਿਆਂ ਜੇ ਸਿੱਖੀ ਮਿਲ ਜੇ, ਸੱਚ ਤਈ ਜਾਣੀ।
ਸਿਰ ਦਿੱਤਿਆਂ ਜੇ ਸਿੱਖੀ ਮਿਲ ਜੇ ਸਸਤੀ ਸਸਤੀ ਜਾਣੀ, ਦਿੱਤਿਆਂ ਜੇ ਸਿੱਖੀ ਮਿਲ ਜੇ ਸਸਤੀ ਜਾਣੀ ਜਾਣੀ। ਹਾਂਜੀ ਸਸਤੀ ਜਾਣੀ ਸਸਤੀ ਜਾਣੀ ਸਸਤੀ ਜਾਣੀ ਸਸਤੀ ਜਾਣੀ। ਸਿਰ ਦਿੱਤਿਆਂ ਜੇ ਸਿੱਖੀ ਮਿਲ ਜੇ ਸਸਤੀ ਜਾਣੀ ਸਸਤਾ ਜਾਣੀ, ਦਿੱਤਿਆਂ ਜੇ ਸਿੱਖੀ ਮਿਲ ਜੇ ਸਸਤੀ ਜਾਣੀ ਜਾਣੀ। ਔਰ ਜੇ ਸਿਰ ਦੇ ਕੇ ਵੀ ਕਹਿੰਦੇ ਸਿੱਖੀ ਮਿਲ ਜੇ ਬਹੁਤ ਸਸਤਾ ਸੌਦਾ, ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਹੋ ਸਭਨਾ ਕੀ ਰੇਨ ਕਾ ਤਉ ਆਓ ਹਮਾਰੇ ਪਾਸ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਵੇਖਿਆ ਵੀ ਨਾਲ ਦੇ ਅੱਖਾਂ ਦੇ ਸਾਹਮਣੇ 100 ਨੂੰ ਰੋਜ਼ ਵੱਢਦੀਆਂ, ਇਹ ਫੇਰ ਨਹੀਂ ਘਬਰਾਉਂਦੇ। ਇਹਨਾਂ ਦਾ ਜਿਹੜਾ ਪੁੱਤਰ ਸੀ 4 ਸਾਲ ਦੀ ਉਮਰ, ਦੇਖੋ ਕੀ ਉਮਰ ਹੁੰਦੀ ਹੈ। ਇਹਨਾਂ ਦੇ ਪੁੱਤਰ ਕੁੰਵਰ ਅਜੇ ਸਿੰਘ, ਉਹਨਾਂ ਨੂੰ ਫੜਿਆ ਗਿਆ, ਫੜ ਕੇ ਸਾਹਮਣੇ ਪੇਸ਼ ਕੀਤਾ ਹੈ। ਜਲਾਦ ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਹਜੇ ਵੀ ਸਮਾਂ, ਇਸਲਾਮ ਕਬੂਲ ਕਰ ਲਓ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਜੇ ਮੈਂ ਇਸਲਾਮ ਕਬੂਲ ਕਰ ਲਾ ਫੇਰ ਮੌਤ ਆਉਣੀ ਨਹੀਂ। ਕਹਿੰਦੇ ਮੌਤ ਤਾਂ ਆਊ, ਫੇਰ ਕਹਿੰਦੇ ਮੈਂ ਆਪਦਾ ਧਰਮ ਕਿਉਂ ਛੱਡਾਂ, ਮੇਰੇ ਵਾਜਾਂ ਵਾਲੇ ਨੂੰ ਬਾਪੂ ਕਹਿਣੋਂ ਕਿਉਂ ਹਟਾਂ, ਜੋ ਕਰਨਾ ਕਰ ਲਓ। ਕਹਿੰਦੇ ਇਸ ਬੱਚੇ ਨੂੰ ਆ ਫੜ ਸੁਰੀ, ਜੇ ਤੇਰੇ 'ਚ ਹਿੰਮਤ ਆ ਆਪਣੇ ਬੱਚੇ ਦਾ ਪੇਟ ਪਾੜ। ਧਿਆਨ ਦਿਓ ਬੀਬੀਆਂ, ਬੱਚਿਆਂ ਨੂੰ ਆਪਣੇ ਨੂੰ ਸਾਹਮਣੇ ਲੈ ਕੇ ਆਓ ਵੀ ਕਿਸ ਤਰ੍ਹਾਂ ਦੇ ਹਾਲਤ ਹੁੰਦੇ ਹੈ। ਪੇਟ ਪਾੜ, ਇਹਦਾ ਦਿਲ ਖਿੱਚ। ਉਹ ਕਹਿੰਦੇ ਠਹਿਰੋ, ਗੁਰੂ ਦਾ ਸਿੱਖ ਕਿਸੇ ਧੀ ਦੀ ਇੱਜ਼ਤ ਲੁੱਟਣ ਵੱਲ ਮਨ ਨਹੀਂ ਲਿਜਾਂਦਾ। ਗੁਰੂ ਦਾ ਸਿੱਖ ਕਿਸੇ ਦੇ ਵੀ ਬੱਚੇ ਨੂੰ ਨਹੀਂ ਮਾਰਦਾ। ਫਿਰ ਜਲਾਦਾਂ ਨੇ ਬੱਚੇ ਨੂੰ ਖਿੱਚਿਆ, ਬੱਚਾ ਭੱਜ ਕੇ ਬਾਬਾ ਬੰਦਾ ਸਿੰਘ ਬਹਾਦਰ ਕੋਲ ਆਉਂਦੇ ਹੈ ਤੇ ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਨੇ ਜਦੋਂ ਤੇਰੀ ਜਿੰਦ ਨਿਕਲੂ ਤੇ ਉਦੋਂ ਫਤਿਹ ਬੁਲਾ ਦੀ ਪੁੱਤ ਜਪੋ ਸਤਨਾਮ, ਉਦੋਂ ਫਤਿਹ ਬੁਲਾ ਦੀ। ਜਲਾਦਾਂ ਨੇ ਕੁੰਵਰ ਅਜੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਪੁੱਤਰ ਨੂੰ ਪਕੜਿਆ, ਸੁਰੀ ਨਾਲ ਪੇਟ ਪਾੜਿਆ। ਉਸ ਪਾਟੇ ਪੇਟ ਵਿੱਚ ਦਿਲ ਸਹਿਕਦਾ ਹੈ। ਜ਼ਾਲਮਾਂ ਨੇ ਦਿਲ ਨੂੰ ਖਿੱਚ ਲਿਆ। ਬੰਦਾ ਸਿੰਘ ਬਹਾਦਰ ਦੇ ਹੱਥ ਵੀ ਬੰਨੇ ਸੀ, ਪੈਰ ਵੀ ਬੰਨੇ ਸੀ, ਬੇੜੀਆਂ ਵਿੱਚ ਜਕੜੇ ਹੋਏ ਸੀ। ਔਰ ਗੁਰਮੁਖ ਪਿਆਰਿਓ, ਜਦੋਂ ਦਿਲ ਨੂੰ ਖਿੱਚਦੇ ਨੇ ਤੇ ਅਜੇ ਸਿੰਘ ਦੇ ਮਨ ਰਸਨਾ ਤੋਂ ਫਤਿਹ ਦੀ ਸਾਂਝ ਸੁਣਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੇਤਰ ਬੰਦ ਹੋ ਜਾਂਦੇ ਨੇ, ਆਪਣੇ ਆਪ ਨੂੰ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਦੇ ਵਿਚਕਾਰ ਖੜੇ ਮਹਿਸੂਸ ਕਰਦੀ ਹੈ। ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਗੁਰਮੁਖ ਪਿਆਰਿਓ ਐ ਦਿਲ ਪਾਇਆ ਗਿਆ, ਬੜੀ ਕਿਰਪਾ। ਦੇਖੋ ਉਸੇ ਟਾਈਮ ਬਾਬਾ ਬੰਦਾ ਸਿੰਘ ਬਹਾਦਰ ਦੀ 10ਵੀਂ ਪੀੜ੍ਹੀ ਵਿੱਚੋਂ ਜੋ ਬਹੁਤ ਹੀ ਸਤਿਕਾਰਯੋਗ ਮਹਾਂਪੁਰਸ਼ ਨੇ, ਜਿਨ੍ਹਾਂ ਦਾ ਜੰਮੂ ਕਸ਼ਮੀਰ ਵਿੱਚ ਨਾਂ ਹੈ, ਬਹੁਤ ਵੱਡਾ ਸਥਾਨ ਆ ਮਹਾਂਪੁਰਸ਼ਾਂ ਦਾ। 10ਵੀਂ ਵੰਸ਼ ਦੇ ਵਿੱਚੋਂ ਨੇ
ਬਾਬਾ ਜਤਿੰਦਰਪਾਲ ਸਿੰਘ ਜੀ ਸੋਢੀ ਔਰ ਗੁਰਮੁਖ ਪਿਆਰਿਓ, ਜੋ ਉਹਨਾਂ ਦੀ ਥਾਂ ਤੇ SS ਪਾਵਾ ਜੀ ਔਰ ਉਹ ਪਹੁੰਚੇ ਨਹੀਂ, ਕਿਉਂਕਿ ਜਿਹੜੇ ਸਾਰੇ ਉਸ ਸਥਾਨ ਦੀ ਦੇਖ ਰੇਖ ਕਰਦੇ ਹੈ ਉਹ ਪਹੁੰਚੇ ਨੇ। ਸਾਡੇ ਸਾਰੇ ਪ੍ਰਬੰਧਕਾਂ ਵੱਲੋਂ, ਇੱਥੋਂ ਦੀ ਪ੍ਰਬੰਧ ਕਮੇਟੀ ਨਗਰ ਵੱਲੋਂ, ਦਾਸਰਿਆਂ ਵੱਲੋਂ ਮੋਸਟ ਵੈਲਕਮ, ਜੀ ਆਇਆਂ ਨੂੰ, ਆਓ ਜੀ, ਜੀ ਆਇਆਂ ਨੂੰ। ਇਸ ਕਰਕੇ ਦਿਲ ਕੱਢ ਕੇ ਉਹਨਾਂ ਦੇ ਮੂੰਹ ਵਿੱਚ ਪਾਇਆ। ਬਾਬਾ ਬੰਦਾ ਸਿੰਘ ਬਹਾਦਰ ਡੋਲੇ ਨਹੀਂ, ਕਹਿੰਦੇ ਅਜੇ ਵੀ ਕਹਿੰਦੇ ਸਮਾਂ ਹੈ, ਅਜੇ ਵੀ ਤੁਸੀਂ ਜੇ ਆਪਣੇ ਆਪ ਨੂੰ ਬਚਾਉਣਾ ਚਾਹੁੰਦੇ ਹੋ ਇਸਲਾਮ ਕਬੂਲ ਕਰ ਲਓ। ਔਰ ਗੁਰਮੁਖ ਪਿਆਰਿਓ, ਬਾਬਾ ਬੰਦਾ ਸਿੰਘ ਬਹਾਦਰ ਕਹਿੰਦੇ ਤੁਸੀਂ ਜਿਹੜਾ ਸੌਦਾ ਕਰਨਾ ਕਰੋ। ਮੇਰੀ ਵਿਰਤੀ ਉਸ ਮਾਲਕ ਨਾਲ ਜੁੜ ਗਈ ਹੈ। ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਜਲਾਦ 2 ਸਰੀਏ ਲੈ ਕੇ ਆਇਆ ਲਾਲ ਕਰਕੇ, ਕਹਿੰਦੇ ਤੇਰੀਆਂ ਅੱਖਾਂ ਭੰਨੀਆਂ ਜਾਣੀਆਂ। ਪਹਿਲੋਂ ਸੱਜੀ ਅੱਖ ਦੇ ਵਿੱਚ ਐ ਲਾਲ ਜਿਹੜਾ ਗੁਰਮੁਖ ਪਿਆਰਿਓ ਸਰੀਆ ਸੀ, ਬਾਬਾ ਬੰਦਾ ਸਿੰਘ ਬਹਾਦਰ ਦੀ ਅੱਖ ਵਿੱਚ ਮਾਰਿਆ ਗਿਆ। ਉਹ ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ, ਮਰਨੋਂ ਮੂਲ ਨਾ ਡਰਦੇ ਜਿਹੜੇ ਮੌਤ ਦੇ ਦੀਵਾਨੇ ਨੇ। जो तो प्रेम खेलन का चाओ सिर तर तली, मार्ग पैर तेरी जय सिर दी जय कानून। ऐसे गुरमुख प्यारिਓ, ਪਹਿਲੀ ਅੱਖ ਦੇ ਵਿੱਚ ਸਰੀਆ ਗਰਮ ਕਰਕੇ ਲਾਲ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਅੱਖ ਭੰਨੀ ਗਈ। ਇਸੇ ਤਰ੍ਹਾਂ ਦੂਜੀ, ਪਰ ਗੁਰੂ ਦਾ ਸਿੱਖ ਡੋਲਿਆ ਨਹੀਂ, ਕਿਉਂਕਿ ਹੱਥ ਬਾਜਾਂ ਵਾਲੇ ਦਾ ਸੀ। ਫੇਰ ਖੱਬੀ ਬਾਂਹ ਕੱਟੀ ਗਈ, ਡੋਲੇ ਨਹੀਂ। ਫੇਰ ਸੱਜੀ ਬਾਂਹ ਕੱਟੀ ਗਈ, ਡੋਲੇ ਨਹੀਂ। ਫੇਰ ਖੱਬਾ ਪੱਟ ਵੱਢਿਆ ਗਿਆ, ਡੋਲੇ ਨਹੀਂ। ਫੇਰ ਸੱਜੀ ਲੱਤ ਵੱਢੀ ਗਈ, ਡੋਲੇ ਨਹੀਂ, ਕਿਉਂਕਿ ਅਡੋਲ ਨਾਲ ਜੁੜੇ ਹੋਈ ਸੀ। ਫੇਰ ਵੀ ਪਾਪੀਆਂ ਨੂੰ ਕਹਿੰਦੇ ਅਸੀਂ ਕੁਹਾ ਕੇ ਤਾਂ ਹਟਾਂਗੇ। ਔਰ ਫਿਰ ਗਰਮ ਜਮੂਰਾਂ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਪੱਟ ਰਹੇ ਨੇ। ਪਰ ਇੱਦੇ ਨੂੰ ਕੌਣ ਪਹੁੰਚ ਗਏ? ਆਓ ਦਰਸ਼ਨ ਕਰੀਏ। ਉਹ ਤਾਰੂ ਸਿੰਘ ਪਾਈ ਹੋਵੇ ਖੋਪਰੀ ਲਹਾਈ, ਚਰਖੜੀ ਪਵਾਈ ਝੂਟਾ ਵੇ ਰੰਗ ਦਾ। ਉਹ ਭਾਈ ਜੀ ਦਿਆਲ ਹੋਵੇ ਦੇਗ, ਭਾਈ ਜੀ ਦਿਆਲ ਹੋਵੇ ਦੇਗ, ਵਿੱਚ ਉਹ ਬੈਠਿਆ ਸਿੱਖੀ ਦਾਨ ਮੰਗ। ਗੁਰੂ ਅਰਜਨ ਪਤੀ ਹੋਵੇ ਤਤੀ ਤਤੀ, ਗੁਰੂ ਅਰਜਨ ਰੇਤ ਤਤੀ, ਤਵੀ ਉੱਤੇ ਬੈਠਿਆ ਪਾਣਾ ਮਿੱਠਾ ਲੱਗ।
ਦਸ਼ਮੇਸ਼ ਦੁਖੀ ਸਾਰਾ ਦੇਸ਼, ਪਿਤਾ ਦਸ਼ਮੇਸ਼ ਦੁਖੀ ਸਾਰਾ ਦੇਸ਼, ਚਾਰ ਲਾਲ ਵਾਰ ਦੇ ਕੇ ਰੰਗ ਦੇਖੇ। ओ जय सिंह भाई हो, जय सिंह भाई, बाणी च भी पक्का होवे, पुट्ठी खल लहाई, पुट्ठी खल लहाई, सारा परिवार वागे पाने विच बसदा। हाँ जी, बंदा सिंह बहादुर, बंदा सिंह बहादुर, अंग अंग कटवाउंदा होवे, अंग अंग कटवाउंदा। अजय सिंह पुत्र वार हुक्म जी मंगदा। ऐसे गुरमुख प्यारे ਇੰਨੇ ਤਸੀਹੇ ਝੱਲ ਕੇ ਗੁਰੂ ਦੀ ਸਿੱਖੀ ਤੋਂ ਮੁੱਖ ਨਹੀਂ ਮੋੜਦਾ। ਹੁਣ ਆਪਣਾ ਹਾਲ ਵੇਖ ਲਓ, ਗੁਰੂ ਨੇ ਕੋਠੀਆਂ ਦੇਤੀਆਂ, ਕਾਰਾਂ ਦੇਤੀਆਂ, ਸਾਰਾ ਕੁਝ ਦੇਤਾ, ਪਰ ਸਿੱਖਾਂ ਦੇ ਘਰ ਜਨਮ ਲੈ ਕੇ ਰਹਿਣੀ ਵਹਿਣੀ ਸਾਡੀ ਗਿੱਦੜਾਂ ਵਰਗੀ ਹੈ। ਜਪੋ ਸਤਨਾਮ। ਤੁਸੀਂ ਬੱਬਰ ਸ਼ੇਰ ਦੇ ਪੁੱਤਰੋਂ, ਰਹਿਣੀ ਵਹਿਣੀ ਉਹੋ ਜੀ ਬਣਾਓ ਪਿਆਰਿਓ। ਜਿਵੇਂ ਇੱਕ ਹਿੰਦੂ ਘਰਾਣੇ ਨੂੰ ਤਾਰ ਕੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾ ਕੇ ਔਰ ਸੈਲਫ ਡਿਫੈਂਸ ਦਿੱਤਾ ਉਹਨਾਂ ਨੂੰ, ਜਿਹੜੇ ਹਿੰਦੂ ਵੀਰ ਮੁਗਲਾਂ ਤੋਂ ਡਰਦੇ ਆਏ ਆ ਹੁਣ ਤੱਕ ਹੁਣ ਵੀ ਡਰ ਰਹੇ ਆ। ਡਰ ਤਾਂ ਹੈ ਕਿਉਂਕਿ ਉਹਨਾਂ ਕੋਲ ਬਾਜਾਂ ਵਾਲੇ ਦੀ ਤਲਵਾਰ ਨਹੀਂ, ਬਾਜਾਂ ਵਾਲੇ ਦਾ ਸਿਮਰਨ ਨਹੀਂ। ਔਰ ਜਦੋਂ ਜੰਮੂ ਕਸ਼ਮੀਰ ਦੇ ਵਿੱਚੋਂ ਇਹਨਾਂ 18 ਕੁਲਾਂ ਦੇ ਬ੍ਰਾਹਮਣ ਭੱਜ ਕੇ ਗੁਰੂ ਤੇਗ ਬਹਾਦਰ ਮਹਾਰਾਜ ਕੋਲ ਆਏ, ਮਹਾਰਾਜ ਸਾਡਾ ਜਨੇਊ ਲੈ ਰਿਹਾ, ਸਾਡਾ ਜੰਜੂ ਲੈ ਰਿਹਾ, ਕਿਰਪਾ ਕਰੋ ਮਹਾਰਾਜ। ਔਰ ਗੁਰਮੁਖ ਪਿਆਰਿਓ, ਫਿਰ ਉਸ ਟਾਈਮ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਹਿੰਦੇ ਵੀ ਇੱਥੇ ਤਾਂ ਕਿਸੇ ਵਲੀ ਨੂੰ ਸ਼ੀਸ਼ ਦੇਣਾ ਪੈਣਾ ਹੈ। ਗੋਬਿੰਦ ਰਾਏ 9 ਸਾਲ ਦੇ ਸੀ ਜਦੋਂ ਯਤੀਮ ਹੋਣ ਲਈ ਮੂਹਰੇ ਖੜ ਗਏ ਕਿ ਪਿਤਾ ਜੀ ਸੋ ਤੋਂ ਵੱਡਾ ਨਹੀਂ ਹੋ ਸਕਦਾ। ਪਹਿਲੇ ਜਾਮੇ 'ਚ ਗੁਰੂ ਨਾਨਕ ਰੂਪ ਵਿੱਚ ਜਨੇਊ ਪਾਇਆ ਨਹੀਂ, 9ਵੇਂ ਜਾਮੇ 'ਚ ਆ ਕੇ ਜਨੇਊ ਲਹਿਣ ਨਹੀਂ ਦਿੱਤਾ, ਆਪਣਾ ਸਰੀਰ ਕਟਾ ਲਿਆ। ਪਰ ਹਿੰਦੂ ਵੀਰ ਅਜੇ ਵੀ ਕਦਰ ਨਹੀਂ ਕਰ ਰਹੇ, ਅਜੇ ਵੀ ਸਾਡੀਆਂ ਧੀਆਂ ਦੀ ਇੱਜ਼ਤ ਲੁੱਟਣ, ਸਾਡੇ ਗੁਰਸਿੱਖਾਂ ਨੂੰ ਮਾਰਨ ਵਾਸਤੇ ਤੁਰੇ ਹੋਏ ਹੈ। ਤੁਸੀਂ ਦੇਖੋ ਬਾਜਾਂ ਵਾਲੇ ਦੀ ਸਿੱਖੀ, ਜਿਨ੍ਹਾਂ ਨੇ 84 ਦੇ ਵਿੱਚ ਸਿੱਖਾਂ ਨੂੰ ਕੁੱਟਿਆ, ਲੁੱਟਿਆ, ਧੀਆਂ ਦੀਆਂ ਇੱਜ਼ਤਾਂ ਲੁੱਟੀਆਂ। ਵਾਹ ਬਾਜਾਂ ਵਾਲਿਆਂ, ਜਦੋਂ ਹੁਣ ਆ ਮਾੜਾ ਸਮਾਂ ਚੱਲ ਰਿਹਾ ਹੈ, ਕਰੋਨਾ ਨੇ ਆਕਸੀਜਨ ਨਹੀਂ ਸੀ ਮਿਲ ਰਹੀ, ਉਦੋਂ ਤੇਰੇ ਸਿੱਖਾਂ ਨੇ ਪਹਿਲਾ ਦੂਜਾ ਲੰਗਰ ਤਾਂ ਰੋਟੀ ਦਾ ਸੁਣਿਆ ਸੀ, ਤੇਰੇ ਸਿੱਖਾਂ ਨੇ ਸੜਕਾਂ ਤੇ ਐ ਫਿੱਟ ਕਰਕੇ ਸਿਲੰਡਰ ਉਹਨਾਂ ਵੀਰਾਂ ਨੂੰ ਜਿਨ੍ਹਾਂ ਨੇ ਕੁੱਟਿਆ, ਲੁੱਟਿਆ ਤੇ ਇੱਜ਼ਤਾਂ ਲੁੱਟੀਆਂ, ਉਹਨਾਂ ਨੂੰ ਸਵਾਸਾਂ ਦਾ ਲੰਗਰ ਲਾ ਕੇ ਉਹਨਾਂ ਦੀਆਂ ਜਾਨਾਂ ਵੀ ਬਚਾ ਰਹੇ ਹੈ। ਕਿੱਡਾ ਵੱਡਾ ਮੈਸੇਜ ਹੈ ਗੁਰੂ ਗ੍ਰੰਥ ਸਾਹਿਬ ਦਾ। ਇਸ ਕਰਕੇ ਤੁਸੀਂ ਵੇਖਿਆ ਇੱਕ ਇੱਕ ਮੰਦਰ ਦੇ ਵਿੱਚ ਕਰੋੜਾਂ ਕਰੋੜਾਂ ਮਨ ਉੱਥੇ ਸੋਨਾ ਪਿਆ, ਪ੍ਰੋਪਰਟੀਆਂ ਵੱਡੀਆਂ ਪਈਆਂ, ਪਰ ਕਿਸੇ ਵੀ ਮੰਦਰ ਨੇ, ਕਿਸੇ ਵੀ ਹਿੰਦੂ ਵੀਰ ਨੇ ਕੋਈ ਲੰਗਰ ਨਹੀਂ ਲਾਇਆ। ਜਦੋਂ ਔਖਾ ਸਮਾਂ ਆਇਆ, ਉਦੋਂ ਬਾਜਾਂ ਵਾਲੇ ਦੇ 10 ਨੌਹਾਂ ਕਿਰਤ ਕਰਨ ਵਾਲੇ ਸਿੰਘਾਂ ਨੇ ਆਪਣਾ ਆਪ ਵੀ ਮਾਨਵਤਾ ਤੋਂ ਕੁਰਬਾਨ ਕੀਤਾ। ਐਸਾ ਪੰਥ ਨਿਆਰਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ। ਇਸ ਕਰਕੇ ਜੁੜੋ,
ਔਰ ਗੁਰੂ ਪਾਤਸ਼ਾਹ ਦੀ ਸੋਚਣੀ ਨੂੰ ਆਪਣੇ ਮਨ ਵਿੱਚ ਟਿਕਾਓ। ਐਵੇਂ ਨਾ ਮੇਰੇ ਵਰਗਾ ਉੱਠ ਖੜੇ ਆ ਜੀ, ਆ ਪਹਾੜੀ ਦੀ ਮਿੱਟੀ ਖਾ ਲਓ ਛੋਡੇ ਰੋਗ ਭੱਜ ਜਾਣਗੇ, ਉਹ ਸਾਰਾ ਪਹਾੜ ਖਾ ਗਏ ਤੁਸੀਂ। ਕੀ ਮਿਲਿਆ ਤੁਹਾਨੂੰ? ਇਹ ਕੱਚੀਆਂ ਪਹਾੜੀਆਂ ਨੇ ਛੋਡਾ ਕੁਛ ਨਹੀਂ ਕਰਨਾ। ਇਸ ਕਰਕੇ ਫਿਰ ਤੁਹਾਨੂੰ ਆਪਦੇ ਨਾਲ ਸਰੀਰਾਂ ਨਾਲ ਜੋੜ ਕੇ ਉਹ ਕੀ ਤੁਹਾਨੂੰ ਦੇ ਦਿੱਤਾ, ਜਿਹੜੇ ਆਪ ਹੀ ਜੇਲ੍ਹਾਂ ਦੀ ਹਵਾ ਫੱਕ ਰਹੇ ਨੇ। ਇਸ ਕਰਕੇ ਐਸੇ ਬਾਪੂ ਦੇ ਨਾਲ ਜੁੜੋ ਜਿਹੜਾ ਆਪ ਤਰੇ ਸਗਲੇ ਕੁੱਲ ਤਾਰੇ, ਹਰ ਦਰਗਾਹ ਪਤ ਸਿਉ ਜਾਈਦਾ, ਜਿਹੜਾ ਕੁੱਲਾਂ ਨੂੰ ਤਾਰਦਾ। ਐਸੇ ਬਾਪੂ ਦੇ ਲੜ ਲੱਗੋ, ਸਿੰਘ ਸਿੰਘਣੀਆਂ ਸਜੋ, ਅੰਮ੍ਰਿਤ ਛਕੋ। ਇਸ ਕਰਕੇ ਆਓ ਪਿਆਰਿਓ, ਬਹੁਤ ਵੱਡਾ ਤੁਸਾਂ ਨੇ ਉਪਰਾਲਾ ਕੀਤਾ ਹੈ, ਕਿਉਂਕਿ ਗੁਰੂ ਦੇ ਆਸ਼ੇ ਦੇ ਅਨੁਸਾਰ ਬੋਲਣਾ ਸੱਚ। ਦੇਖੋ ਕਸਵੱਟੀਆਂ ਸੱਚ ਵਾਲਿਆਂ ਨੂੰ ਆਉਂਦੀਆਂ, ਪਰ ਸੱਚ ਬੋਲੋ ਤੇ ਗੁਰੂ ਤੋਂ ਤਾਂ ਬਚ ਜਾਓਗੇ। ਦੁਨੀਆ ਤੋਂ ਜਿਹੜਾ ਕੁਛ ਹੁੰਦਾ ਹੋ ਜੇ, ਪਰਵਾਹ ਨਾ ਕਰੋ, ਪਰ ਗੁਰੂ ਦੇ ਦਰ ਤੇ ਗੈਰ ਹਾਜ਼ਰੀ ਨਾ ਪੈ ਜੇ। ਬਹੁਤ ਵਧੀਆ ਨੌਜਵਾਨਾਂ ਨੇ ਸਾਡੇ ਡਾਕਟਰ ਸਾਹਿਬ ਅਕੀਦਾ ਸਾਹਿਬ, ਗੁਰਨਾਮ ਸਿੰਘ ਜੀ ਅਕੀਦਾ ਸਾਹਿਬ, ਜਿਹੜੇ ਬਹੁਤ ਹੀ ਮੈਂ ਕਹਿੰਦਾ ਵਧੀਆ ਦਿਮਾਗ ਦੇ, ਰੋਸ਼ਨ ਦਿਮਾਗ ਦੀ ਪਰਸਨੈਲਿਟੀ ਹੈ, ਜਿਨ੍ਹਾਂ ਨੇ ਬਹੁਤ ਵੱਡਾ ਸਾਰੇ ਮੁੰਡਿਆਂ ਨੂੰ, ਸਾਰੇ ਸਿੰਘਾਂ ਨੂੰ ਨਾਲ ਲੈ ਕੇ ਉਪਰਾਲਾ ਕੀਤਾ ਹੈ। ਮੌਸਮ ਦੇ ਨਾਲ ਬੇਸ਼ੱਕ ਸਮਾਂ ਤੁਹਾਡਾ ਜਿਹੜਾ ਪ੍ਰਬੰਧ ਸੀ ਬਹੁਤ ਵੱਡਾ ਸੀ, ਪਰ ਮੌਸਮ ਦੇ ਨਾਲ ਆਪਾਂ ਰਜਾ ਵਿੱਚ ਰਹਿਣਾ, ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮ ਵਿੱਚ ਰਹਿ ਕੇ ਤੁਸਾਂ ਨੇ ਫੇਰ ਵੀ ਆਨੰਦ ਮਾਣਿਆ। ਇੰਦਰ ਦੇਵਤਾ ਵੀ ਥੋੜਾ ਜਿਹਾ ਠਹਿਰ ਗਿਆ, ਕਹਿੰਦਾ ਚਲੋ ਵੀ ਕੋਈ ਗੱਲ ਨਹੀਂ। ਉਹ ਕਹਿੰਦਾ ਮੇਰਾ ਵੀ ਜੀ ਕਰਦਾ ਸੀ ਆਉਣ ਨੂੰ। ਸੰਤ ਟਿੱਬੇ ਵਾਲੇ ਧਾਰਨਾ ਪੜ੍ਹਦੇ ਹੁੰਦੇ ਸੀ, ਕਹਿੰਦੇ ਭਾਈ ਜੇ ਇੰਦਰ ਆ ਜੇ ਨਾ ਤਾਂ ਪ੍ਰੋਗਰਾਮ ਸਫਲ ਹੋ ਜਾਂਦਾ ਹੈ ਤਾਂ ਰੱਬ ਦਾ ਹੀ ਬੰਦਾ। ਉਹ ਵੀ ਮੀਂਹ ਪਿਆ, ਕਿਹਨੇ ਪਾਇਆ? ਪਰਮੇਸ਼ਰ ਪਾਇਆ, ਇੰਦਰ ਨੇ ਨਹੀਂ ਪਾਇਆ। ਇੰਦਰ ਦੀ ਤਾਂ ਡਿਊਟੀ ਹੈ। ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਉਹ ਬਰਸੋ ਕਿਰਪਾ ਧਾਰ, ਸਤਿਗੁਰ ਬਰਸੋ ਜੀ, ਬਰਸੋ ਕਿਰਪਾ ਧਾਰ ਗੁਰੂ ਜੀ, ਬਰਸੋ ਜੀ। बरसो किरपा तार गुरु मेरे बरसो जी, बरसो किरपा तार गुरु मेरे बरसो जी। परमेश्वर पाया जी जंत सब, ऐसे मींह पिया परमेश्वर पाया, गुरु की किरपा हुई है। सो दास वालों कुछ संगतां दे किरपा सदका परोपकार चलते ने। गुरुद्वारा जन्म स्थान बाबा साधू राम जी टिब्बे वाले महापुरुष, जो मलेरकोटला तो रायकोट GT रोड के उत्ते, मलेरकोटला तो 9 किलोमीटर ते रायकोट तो 20 किलोमीटर ते गुरुद्वारा साहब ने। उत्थे जो कोई लोड़वंद बच्चे ने, पढ़ना चाहते ने, परिवार का जिहड़ा आर्थिक संकट उन्होंने पढ़ा नहीं सकता, वो बच्चों को भी असीं आ विद्या भी दिंदे आ। ये ना समझो जथे के मैंबर साडे जिहड़ा काका ढोलक वजाउंदा है 14वीं के पेपर दिते ने, जिहड़ा पिछे काका चिमटा वो इंजीनियर कर रहा है, B.Tech कर रहा है, कोई 12वीं च पढ़ रहा है, कोई 10वीं च, सारे बच्चे पढ़ रहे हैं। जे तुहाडा बच्चा पढ़न दे लायक आ, नलायक जिहा ना फड़ा दिओ मैनूं किते, कोई लायक आ पढ़न वाला, क्योंकि मैं उहनूं ही सामभदा थक जा, किते दूजिਆਂ किन्ने भी मन मुड़ जे। इस करके कोई पढ़ना चाहुंदा है, जिथे मर्जी किन्नी मर्जी क्वालिफिकेशन वो सानूं तुसीं दे सकदे हो। उहनूं असीं वधिया आ एजुकेशन भी गुरमत दी भी ते पढ़ा के उहनां नूं फेर नौकरियां ते लग जांदे हैं ते मापिਆਂ ਦਾ सहारा बन जाते हैं। एक नशिਆਂ ਦਾ दरा ਚੱਲੇ है, कोई भी बंदा नशा, फीम, भुक्की, चरस, डोडे, समैक, हैरोइन और सिरगटा, तंबाकू कोई लैंदा है, जे वो तो नजाक पाउणी चाहुंदा है, उहनूं छड्डना चाहुंदा है, असीं सिर्फ 3 पुड़ियां दिंदे आ, 3 पुड़ियां विच नशा रहत हो जाता है।
ਹਰ ਐਤਵਾਰ ਨੂੰ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਜਨਮ ਸਥਾਨ ਬਾਬਾ ਸਾਧੂ ਰਾਮ ਜੀ ਟਿੱਬੇ ਵਾਲੇ ਮਹਾਂਪੁਰਸ਼ ਨਗਰ ਸ਼ੇਰਗੜ੍ਹ ਚੀਮਾ ਮਲੇਰਕੋਟਲਾ ਤੋਂ ਰਾਏਕੋਟ GT ਰੋਡ ਦੇ ਉੱਥੇ ਹਰ ਐਤਵਾਰ ਜਿਹੜੀ ਦਵਾਈ ਦਿੱਤੀ ਜਾਂਦੀ ਹੈ। ਬੇਅੰਤ 28-29 ਸਾਲਾਂ ਤੋਂ ਜਿਹੜੇ ਲੋਕ ਨੇ ਨਸ਼ਾ ਰਹਿਤ ਹੋ ਰਹੇ ਨੇ। ਤੁਸੀਂ ਵੀ ਹੰਭਲਾ ਮਾਰੋ, ਨੌਜਵਾਨ ਇਹਦੇ ਵਿੱਚੋਂ ਨਿਕਲ ਕੇ ਨਾਮ ਦਾ ਰਸ ਪੀਓ। ਇਸ ਕਰਕੇ ਕੁਝ ਕੁ ਇਸ ਤਰ੍ਹਾਂ ਦੀਆਂ ਉੱਥੇ ਸੇਵਾਵਾਂ ਵੀ ਚੱਲ ਰਹੀਆਂ ਤੇ ਉਹਦਾ ਵੀ ਤੁਸੀਂ ਲਾਹਾ ਲੈਣਾ ਹੈ। ਤੇ ਥਾਂ ਥਾਂ ਤੇ ਗੁਰਮੁਖ ਪਿਆਰਿਓ ਸਾਧੂ ਮਹਾਤਮਾ ਨੂੰ ਬੁਲਾ ਕੇ ਪ੍ਰਚਾਰ ਕਰੋ। ਜਿਹੜੇ ਅਸੀਂ ਅਜੇ ਵੀ ਜਾਦੂ ਟੂਣਿਆਂ 'ਚ ਧਾਗੇ ਤਵੀਤਾਂ 'ਚ ਅਜੇ ਵੀ ਇੱਕ ਬਹੁਤ ਤਕੜਾ ਮੇਰਾ ਮਿੱਤਰ ਮੇਰੇ ਨਾਲ ਹੀ ਪੜ੍ਹਿਆ ਸੀ, ਕਿਉਂਕਿ ਮੈਂ MMA PhD ਮੇਰੀ ਕੀਤੀ ਹੋਈ ਹੈ, ਔਰ ਮੇਰਾ ਮਿੱਤਰ ਯੂਨੀਵਰਸਿਟੀ ਪਟਿਆਲੇ ਪੜ੍ਹਿਆ ਸੀ। ਉੱਥੇ ਗੁਰਮੁਖ ਪਿਆਰਿਓ ਉਹਦੇ ਲੜਕੀ ਦਾ ਵਿਆਹ ਸੀ। ਮੈਨੂੰ ਕਹਿੰਦਾ ਜੀ ਬਾਬਾ ਜੀ ਕਹਾਂ ਕਿ ਮਿੱਤਰ ਕਹਾਂ? ਮਾਂ ਸੁਦਾਮੇ ਤੇ ਕ੍ਰਿਸ਼ਨ ਵਾਲੀ ਕਰ ਲਾ, ਹੁਣ ਮਿੱਤਰੀ ਗਏ, ਕਿਉਂਕਿ ਬਾਬਾ ਤਾਂ ਗੁਰੂ ਪਾਤਸ਼ਾਹ ਸੰਗਤਾਂ ਪਿਆਰ ਨਾਲ ਕਹਿੰਦੀਆਂ, ਮੈਂ ਨਹੀਂ ਅਜੇ ਕੁਛ ਬਣਿਆ, ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਉਹ ਮੈਨੂੰ ਕਹਿੰਦਾ ਜੀ ਆ ਮੇਰੀ ਕੁੜੀ ਮੰਗਲੀਕ ਹੈ। ਮੈਂ ਅੱਛਾ। ਕਹਿੰਦਾ ਮੁੰਡਾ ਨੌਨ ਮੰਗਲੀਕ ਆ। ਕਹਿੰਦਾ ਜੀ ਕਿਵੇਂ ਹੋਊ ਕੰਮ? ਮੈਂ ਜਦੋਂ ਤੈਂ ਵਿਆਹ ਕਰਾਇਆ ਸੀ ਉਦੋਂ ਪੁੱਛਿਆ ਸੀ ਮੰਗਲੀਕ ਆ ਤੂੰ? ਕਹਿੰਦਾ ਨਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ, ਫਿਰ ਮੈਂ ਕਿਉਂ ਪੁੱਠੇ ਪੰਗਿਆਂ 'ਚ ਪੈਣਾ। ਇਹ ਜਿਹੜੇ ਪੰਡਤ ਲੋਕ ਨੇ ਇਹ ਸਾਡਾ ਖਹਿੜਾ ਨਹੀਂ ਛੱਡਦੇ, ਜੇ ਇੱਕ ਵਾਰ ਵੜਨ ਲੱਗ ਗਏ ਘਰੇ ਫਿਰ ਕੱਢਣੇ ਔਖੇ ਹੋ ਜਾਂਦੇ ਆ। ਇਹਨਾਂ ਨੂੰ ਪਹਿਲਾਂ ਹੀ ਨਾ ਵਾੜੋ। ਤੁਸੀਂ ਆ ਕੇ ਦੇਗ ਕਰੋ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਕਰੋ ਅਰਦਾਸ, ਮੇਰੀ ਬੱਚੀ ਦਾ ਵਿਆਹ ਅੰਗ ਸੰਗ ਰਹਿਣਾ ਮਹਾਰਾਜ, ਮੇਰੇ ਪੁੱਤਰ ਦਾ ਵਿਆਹ ਅੰਗ ਸੰਗ ਰਹਿਣਾ। ਹੁਕਮਨਾਮਾ ਲਾਓ, ਹੁਕਮਨਾਮਾ ਗ੍ਰੰਥੀ ਸਿੰਘ ਤੋਂ ਲੈ ਲਓ, ਸਾਰੇ ਉਹਦਾ ਪਾਠ ਕਰੋ ਤੇ ਕਾਰਜ ਕਿਵੇਂ ਨਹੀਂ ਸਫਲ ਹੋਣਗੇ। ਇਸ ਕਰਕੇ ਲੋੜ ਹੈ ਅੱਜ ਇਹਨਾਂ ਪਖੰਡਾਂ ਵਿੱਚੋਂ ਨਿਕਲੋ। ਆ ਜਾਦੂ ਟੂਣੇ ਜੇ ਕੁਛ ਨਹੀਂ ਗੱਲਾਂ ਹੈਗੀਆਂ ਜਿਹੜੇ ਕਰਾਉਂਦੇ ਨੇ। ਫਿਰ ਆ ਹੁਣ ਕਰੋਨਾ ਆਇਆ ਹੋਇਆ, ਉਹਨਾਂ ਤੋਂ ਕਰਾ ਲਓ ਵੀ ਕਰੋਨਾ ਆਇਆ ਜੀ ਭਜਾਓ ਇਹਨੂੰ ਜਾਦੂ ਟੂਣਾ ਕਰਕੇ, ਕਹੋ ਉਹਨਾਂ ਨੂੰ, ਫੇਰ ਤਾਂ ਮੰਨੀਏ ਨਾ। ਇਸ ਕਰਕੇ ਔਰ ਜਿਹੜੇ ਆ ਇੱਕ ਆਈ ਵੀ ਸੀ ਪਾਈ ਸੀਗੇ ਨੇ ਐਡ, ਉਹ ਕਹਿੰਦੇ ਵੀ ਤੂੰ ਆਹ ਵੀ ਕਰ ਦੇਂਗਾ, ਆਹ ਵੀ ਕਰ ਦੇਂਗਾ, ਕਹਿੰਦੇ ਮੋਦੀ ਦਾ ਵੀ ਕਰਦੇ ਕੁਛ, ਕਹਿੰਦਾ ਮੋਦੀ ਦਾ ਤਾਂ ਕਰਨਾ ਔਖਾ ਹੈ। ਇਹੋ ਜਿਹੇ ਲੋਕ ਨੇ। ਤਾਂ ਜੇ ਤੁਸੀਂ ਸੱਚੇ ਰਸਤੇ ਤੇ ਚੱਲਣਾ ਚਾਹੁੰਦੇ ਹੋ, ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸੇ ਮਨ ਆਏ। ਇਸ ਕਰਕੇ ਗੁਰਮੁਖ ਪਿਆਰਿਓ ਗੁਰੂ ਦੇ ਲੜ ਲੱਗੋ। ਹੁਣ ਮੇਰੇ 4 ਬੱਚੇ ਹੈ। ਵੱਡਾ ਕਾਕਾ ਮੇਰਾ ਯੂਨੀਵਰਸਿਟੀ 'ਚ ਪ੍ਰੋਫੈਸਰ ਹੈ, ਛੋਟੀ ਬੇਟੀ ਮੇਰੀ ਪ੍ਰੋਫੈਸਰ ਹੈ ਯੂਨੀਵਰਸਿਟੀ 'ਚ, ਉਦੋਂ ਛੋਟੀ ਬੇਟੀ ਚੰਡੀਗੜ੍ਹ ਯੂਨੀਵਰਸਿਟੀ 'ਚ ਪ੍ਰੋਫੈਸਰ ਹੈ, ਤੇ ਛੋਟਾ ਕਾਕਾ ਕੰਪਿਊਟਰ ਸਾਇੰਸ ਦੇ ਵਿੱਚ PhD ਵੀ ਕਰ ਰਿਹਾ ਤੇ ਨੌਕਰੀ ਵੀ ਕੰਪਨੀ 'ਚ ਕਰ ਰਿਹਾ। ਮੈਨੂੰ ਤਾਂ ਸਤਿਗੁਰ ਨੇ ਸਾਰਾ ਕੁਝ ਦੇ ਦਿੱਤਾ ਜਿੱਦਾਂ ਦੇ ਲੜ ਲੱਗੇ। ਤੁਸੀਂ ਸਤਿਗੁਰ ਦੇ ਲੜ ਲੱਗੋ। ਇਸ ਕਰਕੇ ਆਓ, ਸਾਰੀ ਸੰਗਤ ਦਾ ਧੰਨਵਾਦ। ਸਮਾਂ ਹੋ ਗਿਆ। ਤੇ ਦੂਜੀ ਬੇਨਤੀ ਮੇਰੀ ਇਹ ਵੀ ਹੈ, ਜਿਵੇਂ ਅੱਜ ਮੌਸਮ ਖਰਾਬ ਹੋ ਗਿਆ ਸੀ, ਜੇ 8-8 10-10 ਫੁੱਟ ਆਲੇ ਦੁਆਲੇ ਬਰਾਂਡਾ ਹੋਵੇ ਨਾ, ਉਹ ਹੋਰ ਵੀ ਕਿਰਪਾ ਹੋ ਜਾਂਦੀ ਹੈ। ਸੰਗਤਾਂ ਇੱਥੇ ਬਹਿ ਵੀ ਸਕਦੀਆਂ ਸੀ। ਹੁਣ ਕਈ ਸੰਗਤਾਂ ਵਿਚਾਰੀਆਂ ਮਨ 'ਚ ਹੈ, ਜੇ ਅਸੀਂ ਬਾਬਿਆਂ ਦੇ ਮੂਹਰੇ ਬੈਠੇ ਹੁੰਦੇ ਫੇਰ ਆਨੰਦ ਆਉਣਾ ਸੀ, ਹੁੰਦਾ ਵੀ ਹੈ। ਖੈਰ ਇਸ ਕਰਕੇ ਤੁਸੀਂ ਹੰਭਲਾ ਮਾਰੋ। ਜਿੰਨੀ ਸੰਗਤ ਆਈ ਹੈ ਇੱਥੇ 1100 ਰੁਪਈਆ ਕੋਈ ਬਹੁਤਾ ਨਹੀਂ। ਬਾਬਾ ਬੰਦਾ ਸਿੰਘ ਬਹਾਦਰ ਦੇ ਵਸਾਏ ਨਗਰ ਵਿੱਚ 1100 ਰੁਪਈਆ ਪ੍ਰਬੰਧਕਾਂ ਨੂੰ ਲਿਖਾ ਕੇ ਜਾਇਓ, ਜਿਹਦੇ ਕੋਲ ਹੈਗੇ ਨੇ ਉਹ ਰੱਖ ਕੇ ਜਾਇਓ। ਆਹ ਮਾਇਆ ਜਿਹੜੀ ਮੇਰੇ ਮੂਹਰੇ ਪਈ ਹੈ ਸਾਰੀ ਇੱਧਰ ਹੀ ਪਾਵਾਂਗੇ, ਚਾਹੇ ਉਹ ਟੋਕਰੀ 'ਚ ਪਾ ਦਿਓ, ਚਾਹੇ ਲਿਖਾ ਦਿਓ, ਜ਼ਰੂਰ ਕੰਮ ਕਰਕੇ ਜਾਣਾ। ਇਸ ਕਰਕੇ ਆਓ, ਮੈਂ ਕੋਈ ਧਾਰਨਾ ਪੜੂੰ, ਉਦੋਂ ਬਾਅਦ ਸਮਾਪਤੀਆਂ ਕਰਾਂਗੇ। ਮੇਰਾ ਵਾਲੇ ਸਾਈਆਂ ਰੱਖੀ ਚਰਨਾਂ ਦੇ ਕੋਲ, ਮੇਰਾ ਵਾਲੇ ਜਾਂ ਰੱਖੀ ਚਰਨਾਂ ਦੇ ਕੋਲ, ਮੇਰਾ ਵਾਲੇ। ਕੀਤੇ ਖੁਦੀ ਮਗਰੂਰ ਬਹੁਤੇ ਜਨਮਾਂ ਤੋਂ ਦੂਰ, ਬਖਸ਼ੋ ਚਰਨਾਂ ਦੀ ਧੂੜ ਵਸ, ਇਹੋ ਸਾਨੂੰ ਲੋੜ, ਮੇਰਾ ਵਾਲੇ। ਲੈ ਲੋ
5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।